उस टाइम अकाल तख्त साहब ते बहुत सारे नौजवान सी, जिन्हां चों एक सी कुलबीर सिंह गंडीविंड। मेरे सिर दे उत्तों दी गोलियां लंघ के पिछली कंध ते वज रही सी। और जब खड़ाक होया उन्हें मैनू आवाज़ दे के आखी वो बैठ जा भी भाई गुरमुखा बैठ जा, थले सिर थले कर ला, तू निशाना बन रहा। अच्छा, ये भी कहा गया सी संतां नूं, कुछ लोगों ने सलाह दी सी भी तुसीं बाहर चले जाओ, अकाल तख्त ते ना रहो। उन्होंने आपस में सलाह मशवरा कर रहे भी आप संतां नूं हुक्म करिए, बाह हुक्म करिए कि तुसीं अकाल तख्त साहब छड्ड जाओ तो तुहानूं पंज सिंह हुक्म करदे आ। कहंदा ये मैनू हुक्म ना जे करियो, मैं जाना नहीं, मैं शहीद होऊंगा तो इत्थे ही होऊंगा। बड़ियां लाशां वेखियां उत्थे जी, बेहद लाशां वेखियां। उन्हां लाशां दे विच बच्चे भी हैगे सी, बीबियां भी हैगियां, कुड़ियां, बजुर्ग। साडे महिंगा सिंह वो पहली तरीक नूं शहीद हो गया बाबे टाल दे उत्ते, जो CRP ने गोली का निशाना बनया, उसकी पग दे विच उसदी सिर दे विच गोली वजदी सी। वो महिंगा सिंह सीगा। वो समान मुक गया ही। मुड़ के मैं संतां को गया, भाई अमरीक सोहनी बैठे सीगे, भाई साहब जनरल सवेक जी बैठे सीगे, संत बैठे सी। मैं भी जाके मेरे खून नाल कपड़े लिबड़े होए। ये किसी तो लड़ाई के ढंग सीखने आ ना, लड़न के ढंग सीखने आर्मी वालियां दे हथियारां नाल, ते जनरल सवेक सिंह तो सीखे। उस तो बाद पता लगा, उस रात ही पता लग गया, 5 तरीक की रात ही पता लग गया सीगा भी जनरल सवेक सिंह चढ़ाई कर गए। ये सारे बंदे जिहड़े सी लड़न वाले बंदे ही, वो डिमोरलाइज हो गए सारे भी हुण असीं आपां इन्हां टैंकां का मुकाबला नहीं कर सकते, असीं सानूं ये बिल्डिंग छड्ड देनी चाहिदी है। आर्मी कैंपां 'च भी तंग कीता? हाँ जी, हाँ जी, बड़ी कुटमार उत्थे चलदी रही। जिहड़े कमरे दे विच 2-3 बंदे नहीं सौ सकदे, उत्थे 15-15 20 बंदे उत्थे। मेरे मूँहों शब्द ना निकलन, जिहो जिहियां गदारियां ये अकाली करते रहे ने, संतां दे विच इहो जी कोई उन्हां दी भावना नहीं सी मैं कदी वेखी। की लगता कोई गल सिरे लगी नहीं, कुछ नहीं? मतलब तुसीं किवें देखदे हो? तुसीं कहना सारा यूथ, तुहाडे बच्चे बाहर चले गए। यादविंदर जी, ਜਿਹੜੀਆਂ ਗੱਲਾਂ ਇਹਨਾਂ ਅਕਾਲੀਆਂ ਨੇ ਗਦਾਰੀਆਂ ਕੀਤੀਆਂ ਨੇ ਨਾ सन 1947 ਦੇ ਵਿੱਚ, ਜਾਂ ਇਹ ਦਰਬਾਰ ਸਾਹਿਬ ਤੇ ਟੈਗ ਕਿਉਂ ਹੋਇਆ, ਮੇਰੇ ਕੋਲ ਚਿੱਠੀਆਂ ਪਈਆਂ ਨੇ। ਇੰਦਰਾ ਗਾਂਧੀ ਵੀ ਟੈਗ ਨਹੀਂ ਸੀ ਕਰਨਾ ਚਾਹੁੰਦੀ। ਜਦੋਂ ਘਰ ਚੋਂ ਹੀ ਗੱਲਾਂ ਉੱਠਣ ਵੀ ਇਹ 'ਤੇ ਟੈਗ ਕਰੋ, ਜਾਂ ਬਾਹਰਲੀਆਂ ਸ਼ਕਤੀਆਂ ਚੋਂ ਜਿਵੇਂ ਰਸ਼ੀਆ ਸੀਗੀ, ਇੰਗਲੈਂਡ ਵਾਲੇ ਸੀਗੇ, ਹੁਣ ਗੱਲਾਂ ਪਤਾ ਲੱਗਦੀਆਂ ਵੀ ਉਹਨਾਂ ਦੇ ਵੀ ਬੜੇ ਵੱਡੇ ਹੱਥ ਰਹੇ ਨੇ। ਔਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਸੰਤ ਪਿੰਡ ਵਾਲਿਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ। ਗੱਲ ਤੇ ਰਾਜਨੀਤੀ ਦੀ ਸੀ ਜੀ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਜੂਨ 84 ਦੇ ਉੱਤੇ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਉਸ ਟਾਈਮ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਨੌਜਵਾਨ ਸੀ, ਜਿਨ੍ਹਾਂ ਚੋਂ ਇੱਕ ਸੀ ਕੁਲਬੀਰ ਸਿੰਘ ਗੰਡੀਵਿੰਡ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਤਜਰਬੇ ਕੀ ਰਹੇ, ਕਿਵੇਂ ਅਰੈਸਟ ਹੋਏ, ਕੀ ਹੋਇਆ ਸੀ 1 ਤੋਂ 6 ਜੂਨ ਤੱਕ। ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਸਵਾਗਤ ਹੈ ਜੀ ਪ੍ਰੋ ਪੰਜਾਬ TV। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਕਿ 1 ਤਰੀਕ ਨੂੰ ਤੁਸੀਂ ਕਿੱਥੇ ਸੀ, ਜਾਂ ਤੁਹਾਡਾ ਨਾਤਾ ਕਿਵੇਂ ਸੀ ਅਕਾਲ ਤਖਤ ਸਾਹਿਬ ਦੇ ਉੱਤੇ? ਤੁਸੀਂ ਕਿਵੇਂ ਜਾਣ ਲੱਗੇ ਸੰਤਾਂ ਨਾਲ, ਤੁਹਾਡਾ ਨਾਤਾ ਕਿਵੇਂ ਬਣਿਆ? ਯਾਦਵਿੰਦਰ ਜੀ, ਸਭ ਤੋਂ ਪਹਿਲਾਂ ਮੈਂ ਪ੍ਰੋ ਪੰਜਾਬ TV ਵਾਲਿਆਂ ਦਾ ਧੰਨਵਾਦ ਮੈਂ ਕਰਦਾ, ਜਿਨ੍ਹਾਂ ਦੀ ਕੋਸ਼ਿਸ਼ਾਂ ਸਦਕਾ ਸਾਰੇ ਜਿਹੜੇ ਜੋਧਪੁਰ ਡਿਟੇਨੀਜ਼ ਆ, ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਲੱਭ ਕੇ, ਉਹਨਾਂ ਨੂੰ ਭਾਲ ਕਰਕੇ ਉਹਨਾਂ ਦੀ ਇੰਟਰਵਿਊ ਲੈ ਰਹੇ ਕਿ ਉਹਨਾਂ ਨੇ ਕੀ ਘਟਨਾ ਵਾਪਰੀ, ਕੀ ਹੋਇਆ, ਕੀ ਨਹੀਂ ਹੋਇਆ। ਸੋ ਗੱਲ ਤੁਸੀਂ ਕੁਐਸਚਨ ਪੁੱਟ ਕੀਤਾ ਵੀ ਤੁਸੀਂ ਉਸ ਵਕਤ ਕਿੱਥੇ ਸੀ 1 ਤਰੀਕ ਨੂੰ। ਮੈਂ ਦੱਸਣਾ ਚਾਹੁੰਦਾ ਕਿ ਮੈਂ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਦੀ ਬਿਲਡਿੰਗ ਸੀਗੀ, ਪ੍ਰਾਈਵੇਟ ਬਿਲਡਿੰਗ ਸੀਗੀ, ਕਮਲਜੀਤ ਸਿੰਘ ਸੀ ਉਸ ਦਾ ਨਾਂ। ਔਰ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਾ ਦਾ ਬੜਾ ਸ਼ਰਧਾਲੂ ਸੀ। ਉਹਨਾਂ ਨੇ ਸਾਨੂੰ ਜਿਹੜੀਆਂ ਉੱਪਰਲੀਆਂ 2-3 ਬਿਲਡਿੰਗਾਂ ਸੀ ਉਹ ਦਿੱਤੀਆਂ ਸੀ। ਔਰ ਜਿਹੜਾ ਉਸ ਮੋਰਚੇ ਦਾ ਜਿਹੜਾ ਜਥੇਦਾਰ ਸੀ, ਮੇਨ ਪ੍ਰਮੁੱਖ ਸੀ, ਉਹ ਗੁਲਜ਼ਾਰ ਸਿੰਘ ਸੀਗਾ। ਉਹ ਗੁਲਜ਼ਾਰ ਸਿੰਘ ਜਿਹੜਾ ਸੀਗਾ ਉਹ ਮੇਰੀ ਰਿਸ਼ਤੇਦਾਰੀ ਦੇ ਵਿੱਚੋਂ ਚਾਚਾ ਹੀ ਲੱਗਦਾ ਸੀਗਾ। ਮੇਰਾ ਉਹਦੇ ਨਾਲ ਆਉਣ ਜਾਣ ਸੀਗਾ, ਮੈਂ ਅਕਸਰ ਹੀ ਉਹਦੇ ਕੋਲ ਆ ਜਾਇਆ ਕਰਦਾ ਸੀ। ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਣਾ ਦੇ ਦਰਸ਼ਨ ਕਰਿਆ ਕਰਦੇ ਸੀ ਉੱਥੇ ਅਸੀਂ।
ਸੋ ਜਿਹੜੀ ਗੱਲ ਕੀਤੀ ਤੁਸੀਂ ਪਹਿਲੀ ਤਰੀਕ ਦੀ 1 ਜੂਨ ਦੀ, 1 ਜੂਨ ਨੂੰ ਅਸੀਂ ਉੱਥੇ ਸੀਗੇ ਦਰਬਾਰ ਸਾਹਿਬ ਦੇ ਵਿੱਚ ਸੀਗੇ ਔਰ ਉਸੇ ਬਿਲਡਿੰਗ ਦੇ ਵਿੱਚ ਹੀ ਜਿਹਦਾ ਨਾਂ ਸਿਮਕੋ ਬਿਲਡਿੰਗ ਕਰਕੇ ਉਹ ਬਿਲਡਿੰਗ ਜਿਹੜੀ ਮਸ਼ਹੂਰ ਸੀ, ਸਿਮਕੋ ਬਿਲਡਿੰਗ ਕਰਕੇ ਉਸ ਨੂੰ ਮੋਰਚਾਬੰਦੀ ਕੀਤੀ ਜਾਂਦੀ ਸੀ। ਉਹਦੇ ਵਿੱਚ ਹੀ ਅਸੀਂ ਉੱਥੇ 1 ਤਰੀਕ ਨੂੰ ਦਰਬਾਰ ਮੋਰਚਾ ਲਾਇਆ ਅਕਾਲ ਤਖ਼ਤ ਸੀ। ਸਾਹਿਬ ਦੇ ਬਿਲਕੁਲ ਵਿੱਚ ਸੀ ਉੱਥੇ ਅਸੀਂ। ਤਾਂ ਕੀ ਉਸ ਮੋਰਚੇ ਤੇ ਹਥਿਆਰ ਸਾਰੇ ਕਿੰਨੇ ਲੋਕ ਸੀ ਤੁਸੀਂ ਉੱਥੇ? ਅਸੀਂ ਉੱਥੇ ਕਾਫੀ ਦਿਨਾਂ ਤੋਂ 7-8 ਬੰਦੇ ਸੀਗੇ ਉੱਥੇ, ਜਿੱਥੇ ਗੁਲਜ਼ਾਰ ਸਿੰਘ ਜਿਹੜਾ ਮੇਨ ਪ੍ਰਮੁੱਖ ਸੀਗਾ ਔਰ ਬਾਕੀ ਜਿਹੜੇ 7-8 ਬੰਦੇ ਸੀ ਇਨਕਲੂਡਿੰਗ ਮੀ, ਸਾਡੇ ਸਾਰਿਆਂ ਕੋਲ ਜਿਹੜੇ ਹਥਿਆਰ ਸੀਗੇ ਸਾਰਿਆਂ ਕੋਲ ਹੈਗੇ ਸੀਗੇ ਔਰ ਸਾਨੂੰ ਉਹ ਡਿਵਾਈਡ ਕੀਤੇ ਹੋਏ ਸੀ ਸੰਤਾਂ ਨੇ, ਜਨਰਲ ਸਬੇਕ ਸਿੰਘ ਦੇ ਰਾਹੀਂ ਦਿੱਤੇ ਹੋਏ, ਸਾਰਿਆਂ ਨੂੰ ਦਿੱਤੇ ਹੋਏ ਸੀਗੇ। ਕਿਹੜੇ ਕਿਹੜੇ ਹਥਿਆਰ ਸੀਗੇ ਉਸ ਵਕਤ ਤੇ ਸਟੇਨ ਗਨਾਂ ਸੀਗੀਆਂ, 303 ਸੀਗੀਆਂ, ਜਾਂ ਉਹ HE36 ਸੀ, HE36 ਗ੍ਰਨੇਡ ਜਿਹੜੇ ਹੁੰਦੇ ਆ ਉਹ ਸੀਗੇ। ਜਿਹੜੀ ਇੱਕ ਥੌਮਸਨ ਗਨ ਜਿਹੜੀ ਬਾਅਦ ਵਿੱਚ ਪ੍ਰਚਲਿਤ ਹੋਈ ਆ AK-47 ਜਾਂ AK-56 ਜਾਂ 94, ਇਹ ਨਾਂ ਉਸ ਨੂੰ ਉਹਨੂੰ ਦਿੱਤਾ ਗਿਆ ਥੌਮਸਨ ਗਨ। ਔਰ ਥੌਮਸਨ ਗਨ ਸੀਗੀਆਂ ਉਹ ਵੀ ਵੰਡੀਆਂ ਵੁੰਡੀਆਂ ਗਈਆਂ ਸੀਗੀਆਂ ਔਰ ਇਹ ਤੋਂ ਵੱਡੇ ਹਥਿਆਰ ਕੋਈ ਨਹੀਂ। ਜਾਂ LMG ਸੀਗੀ, LMG ਸੀਗੀ। ਜਿਵੇਂ ਹਥਿਆਰ ਕਿੱਥੋਂ ਆਉਂਦੇ ਸੀ? ਥਾਮਸਨ ਗਨ ਜਾਂ LMG ਸਮਗਲਰਾਂ ਰਾਹੀਂ ਆਉਂਦੇ ਸੀ ਜਾਂ? ਇਹ ਤੇ ਅੰਦਰ ਦੀਆਂ ਗੁਪਤ ਗੱਲਾਂ ਨੇ, ਇਹ ਨਹੀਂ ਮੈਂ ਨਹੀਂ ਕਹਿ ਸਕਦਾ ਵੀ ਇਹ ਹਥਿਆਰ ਕਿੱਥੋਂ ਆਉਂਦੇ ਸੀ, ਗਾਡ ਨੋਜ਼। ਤਾਂ ਕੀ ਫਿਰ ਕਿਵੇਂ ਲੜਾਈ ਸ਼ੁਰੂ ਹੋਈ? 1 ਤਰੀਕ ਨੂੰ ਕੀ ਹੋਇਆ? 2 ਨੂੰ ਕੀ ਹੋਇਆ? ਜਿਹੜੀ 1 ਤਰੀਕ ਦੀ ਗੱਲ ਆ, 1 ਜੂਨ ਦੀ ਗੱਲ, ਜਿਹੜੀ ਕੋਈ 12:40 ਬਿਲਕੁਲ ਰਾਈਟ ਟਾਈਮ 12:40 ਹੋਏ ਸੀਗੇ ਕਿ ਇੱਕ ਅਮਰੀਕ ਸਿੰਘ ਹਰਦੋ ਛੰਨੀਆਂ ਦਾ ਸੀਗਾ ਰਹਿਣ ਵਾਲਾ ਔਰ ਉਹ ਉੱਥੇ ਰਿਹਾ ਕਰਦਾ ਸੀ, ਸਾਡੇ ਮੋਰਚੇ ਦੇ ਵਿੱਚ ਹੀ ਰਿਹਾ ਕਰਦਾ ਸੀ। ਔਰ ਕੀ ਦੇਖਦੇ ਹਾਂ ਕਿ ਅਸੀਂ ਉਹਨੂੰ CRP ਵਾਲੇ ਫੜ ਕੇ ਅੱਗੇ ਲੈ ਕੇ ਜਾ ਰਹੇ ਆ, ਤੇ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰੇ ਦੇ ਅੱਗੋਂ ਦੀ ਲੰਘਦਾ ਤੇ ਉੱਥੇ ਗੇਟ ਬਣਿਆ ਇੱਕ ਅਕਾਲ ਤਖ਼ਤ ਸਾਹਿਬ ਨੂੰ ਐਂਟਰੈਂਸ ਰਸਤਾ ਆਉਂਦਾ ਆ ਔਰ ਉਹਨੇ ਜਿਹੜਾ ਚੋਲਾ ਪਾਇਆ ਸੀ, ਥੱਲੇ ਬਨੈਣ ਵੀ ਨਹੀਂ ਸੀ ਪਾਈ, ਚੋਲਾ ਪਾਇਆ ਲਿਸ਼ਕਾਂ ਜਿਹਾ ਪਾਇਆ ਸੀ ਔਰ ਬਟਨ ਲੱਗੇ ਸੀ, ਉਹਦੇ ਟਿਚ ਬਟਨ ਜਿਹੇ ਲੱਗੇ। ਉਹਨੇ ਕੀ ਕੀਤਾ, ਪਿੱਛੋਂ CRP ਵਾਲੇ ਨੇ ਉਹਨੂੰ ਕਾਲਰ ਤੋਂ ਫੜਿਆ ਸੀ ਔਰ ਜਦੋਂ ਉਹ ਲਾਗੇ ਉਹ ਗੁਰਦੁਆਰੇ ਦੇ ਲੰਘਾ ਤੇ ਉਹ ਥੱਲੇ ਬੈਠ ਗਿਆ, ਬਾਹਾਂ ਤਾਂ ਖੜੀਆਂ ਕਰਕੇ ਥੱਲੇ ਬੈਠ ਗਿਆ। ਉਹ ਚੋਲਾ ਜਿਹੜਾ ਉਹਨਾਂ ਦੇ CRP ਵਾਲੇ ਦੇ ਹੱਥ ਵਿੱਚ ਰਹਿ ਗਿਆ ਔਰ ਇਹ ਕਸ਼ਹਿਰੇ ਸਣੇ ਬਸ ਭੱਜ ਕੇ ਅੰਦਰ ਨੂੰ ਵੜ ਗਿਆ। ਉੱਥੋਂ ਮੁੜ ਕੇ ਫਿਰ ਉਹ CRP ਵਾਲੇ ਵੀ 3-4 ਬੰਦੇ ਜਿਹੜੇ ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਅੰਦਰ ਨੂੰ ਆ ਗਏ, ਅੰਦਰ ਦੀ ਬਿਲਡਿੰਗ ਦੇ ਸਾਹਮਣੇ ਆ ਗਏ। ਉੱਥੋਂ ਫਿਰ ਜਿਹੜੇ ਕਾਰ ਸੇਵਾ ਵਾਲੇ ਸੀਗੇ, ਆਪਣਾ ਬੀਬੀ ਅਮਰਜੀਤ ਕੌਰ ਜਾਂ ਉਹਨਾਂ ਦੇ ਜਿਹੜੇ ਸਿੰਘ ਸੀਗੇ, ਉਹਨਾਂ ਨੇ ਸਾਰਾ ਕੁਝ ਵੇਖਿਆ। ਉਸ ਤੋਂ ਫਿਰ ਫਾਇਰਿੰਗ ਸ਼ੁਰੂ ਹੋ ਗਈ। ਫਿਰ ਉਹ ਕਾਫੀ ਜਿਹੜੀ ਉਹ ਫਾਇਰਿੰਗ ਹੁੰਦੀ ਰਹੀ। CRP ਵਾਲੇ ਉੱਥੇ ਮਾਰ ਦਿੱਤੇ ਗਏ ਸੀ? ਨਹੀਂ, CRP ਵਾਲੇ ਮਾਰੇ ਨਹੀਂ, ਉਹ ਪਿੱਛੇ ਛੱਡ ਕੇ ਪਿੱਛੇ ਚਲੇ ਗਏ ਜਦੋਂ ਫਾਇਰਿੰਗ ਸ਼ੁਰੂ ਹੋ ਗਈ। ਉਹ ਉੱਥੇ ਨਹੀਂ ਮਾਰੇ ਗਏ। ਉਸ ਦਿਨ ਕਿੰਨੇ ਮਾਰੇ ਇਹ ਪਤਾ ਨਹੀਂ, ਸਾਨੂੰ ਨਹੀਂ ਪਤਾ ਵੀ ਕਿੰਨੇ ਮਾਰੇ ਗਏ ਸਨ, ਤੇ ਕਿਉਂਕਿ ਅਸੀਂ ਬਾਹਰ ਗਏ ਨਹੀਂ, ਜਾ ਹੀ ਨਹੀਂ ਸਕੇ, ਅਸੀਂ ਤਾਂ ਅੰਦਰ ਹੋ ਕੇ ਰਹਿ ਗਏ। ਔਰ ਸਾਡੇ ਮੋਰਚੇ ਦੇ ਵਿੱਚੋਂ ਮਹਿੰਦਰ ਸਿੰਘ ਫੌਜੀ ਹੁੰਦਾ ਸੀਗਾ, ਉਹਨੇ ਕਾਫੀ ਫਾਇਰਿੰਗ ਕਰਦਾ ਰਿਹਾ। ਹੋਰ ਸਿੰਘ ਵੀ ਹੈਗੇ ਸੀ, ਉਹ ਵੀ ਫਾਇਰਿੰਗ ਕਰਦੇ ਰਹੇ ਕਾਫੀ। ਪਰ ਤੁਸੀਂ ਵੀ ਫਾਇਰਿੰਗ 1 ਤੋਂ ਸ਼ੁਰੂ ਕਰਤੀ ਸੀ? ਅਸੀਂ ਨਹੀਂ, ਮੈਂ ਆਪਣੇ ਆਪ ਨੂੰ ਨਹੀਂ ਕਹਿ ਸਕਦਾ ਵੀ ਅਸੀਂ ਫਾਇਰਿੰਗ ਸ਼ੁਰੂ ਕਰਤੀ। ਜਿਹੜੇ ਨਾਲ ਦੇ ਬੰਦੇ ਸੀ ਉਹਨਾਂ ਨੇ ਜਦੋਂ ਗੋਲੀਆਂ ਅੱਗੋਂ ਚੱਲਣ ਦੀਆਂ CRP ਵਾਲੇ ਚਲਾਉਣ ਡਏ ਆ, ਤੇ ਫਿਰ ਅੱਗੋਂ ਵੀ ਇੱਧਰੋਂ ਵੀ ਸਾਰੇ ਪਾਸੇ ਫਰੰਟ ਦੇ ਦਰਬਾਰ ਸਾਹਿਬ ਦੇ ਜਿੱਥੇ ਤੇ ਮੋਰਚਾਬੰਦੀ ਹੋਈ ਸੀਗੀ, ਜਨਰਲ ਸਬੇਕ ਸਿੰਘ ਨੇ ਕਰਵਾਈ ਸੀ, ਉਹ ਉੱਥੋਂ ਫਿਰ ਸਾਰੇ ਪਾਸਿਆਂ ਤੋਂ, ਸਾਰੇ ਮੋਰਚਿਆਂ ਤੋਂ ਜਿਹੜੀ ਹਥਿਆਰ ਜਿਹੜੇ ਸੀਗੇ ਨਾ, ਗੋਲਾਬੰਦੀ ਸ਼ੁਰੂ ਹੋ ਗਈ। ਫਿਰ ਸੋ ਬਾਅਦ 'ਚ ਸਾਨੂੰ ਸੁਣੀਆਂ ਸੁਣਾਈਆਂ ਗੱਲਾਂ ਵੀ ਜਿਹੜੇ 60 CRP ਦੇ ਬੰਦੇ ਮਾਰੇ ਗਏ ਉੱਥੇ ਉਸ ਦਿਨ, ਤੇ ਕਾਫੀ ਸਾਰੇ ਜ਼ਖਮੀ ਹੋ ਗਏ। 10 ਬੰਦੇ ਯਾਤਰੂ ਮਾਰੇ ਗਏ, ਇਨਕਲੂਡਿੰਗ ਮਹਿੰਗਾ ਸਿੰਘ। ਉਹ ਪਹਿਲੀ ਤਰੀਕ ਨੂੰ ਸ਼ਹੀਦ ਹੋ ਗਿਆ ਸੀ ਬਾਬੇ ਟਾਲ ਦੇ ਉੱਤੇ, ਜਦੋਂ CRP ਨੇ ਗੋਲੀ ਦਾ ਨਿਸ਼ਾਨਾ ਬਣਿਆ, ਉਹਦੀ ਪੱਗ ਦੇ ਵਿੱਚ, ਉਹਦੀ ਸਿਰ ਦੇ ਵਿੱਚ ਗੋਲੀ ਵੱਜ ਗਈ ਸੀ। ਉਹ ਮਹਿੰਗਾ ਸਿੰਘ ਸੀਗਾ। ਔਰ ਜਿਹੜੇ ਬਾਕੀ 9-10 ਬੰਦੇ ਸੀ ਉਹ ਉੱਥੇ ਸ਼ਹੀਦ ਹੋਏ ਸੀ ਲੰਗਰ ਹਾਲ ਵਾਲੇ ਦੀ ਬਿਲਡਿੰਗ 'ਤੇ, ਕਿਉਂਕਿ ਸੰਤ ਉੱਥੇ ਪ੍ਰਚਾਰ ਕਰਨ ਰਹੇ ਸੀ ਉਦੋਂ। ਤੇ ਜਦੋਂ ਗੋਲੀ ਚੱਲੀ ਫਿਰ ਸੰਤ ਫਿਰ ਕਾਹਲੀ ਨਾਲ ਫਿਰ ਛੱਡ ਕੇ ਉੱਥੋਂ ਅਕਾਲ ਤਖ਼ਤ ਸਾਹਿਬ ਆ ਗਏ। ਫਿਰ ਉੱਥੇ 9-10 ਬੰਦੇ ਉੱਥੇ ਸ਼ਹੀਦ ਹੋ ਗਏ, ਜਿਹੜੇ ਬਾਹਰ ਜਿਹੜੇ ਯਾਤਰੂ ਸੀਗੇ। 3 ਤਰੀਕ ਨੂੰ ਫਿਰ ਕੀ ਹੋਇਆ?
2-3 ਤਰੀਕ ਨੂੰ ਤੇ ਸ਼ਾਂਤ ਰਿਹਾ, ਬਸ ਕੋਈ ਗੱਲ ਨਹੀਂ ਹੋਈ। ਪਰ ਇਹ 2-3 ਤਰੀਕ ਨੂੰ ਜਿਹੜੀ ਮੋਰਚਾਬੰਦੀ ਸੀ ਨਾ, ਉਹ ਜਨਰਲ ਸਵੇਗ ਹੋਣੀ ਸਾਰੀ ਕਰਦੇ ਕਰਾਉਂਦੇ ਰਹੇ। ਸਾਡੇ ਮੋਰਚੇ 'ਚ ਵੀ ਆਏ, 1-2 ਵਾਰੀ ਆਏ। ਸਾਡੇ ਜਥੇਦਾਰ ਨੂੰ ਉਹ ਹਦਾਇਤਾਂ ਦੇ ਕੇ ਗਏ, ਕੀ ਹਦਾਇਤਾਂ ਦੇ ਕੇ ਗਏ, ਉਹ ਪਾਸੇ ਹੋ ਕੇ ਗੱਲ ਕਰਨ ਰਹੇ ਸੀਗੇ। ਬਾਕੀ ਮੋਰਚੇ 'ਚ ਵੀ ਗਏ ਹੋਣਗੇ। ਸੋ 4 ਤਰੀਕ ਨੂੰ ਫਿਰ ਤੜਕੇ ਸਵੇਰੇ ਅਰਲੀ ਇਨ ਦਾ ਮਾਰਨਿੰਗ 4 ਵਜੇ ਕੇ ਲਗਭਗ ਕੋਈ 4:30 ਹੋਏਗੇ, 4:30 ਸਵੇਰ ਦਾ ਟਾਈਮ ਸੀ। 4 ਤਰੀਕ ਨੂੰ ਅਸੀਂ ਸਾਰੇ ਆਪਣੀ ਇਸੇ ਬਿਲਡਿੰਗ ਸਿਮਕੋ ਬਿਲਡਿੰਗ ਦੇ ਉੱਤੇ ਸੁੱਤੇ ਪਏ ਸੀਗੇ, ਔਰ ਇੱਕ ਬੜੀ ਜ਼ੋਰਦਾਰੀ ਸਾਡੀ ਬਿਲਡਿੰਗ ਦੇ ਵਿੱਚ ਬਲਾਸਟ ਹੋਇਆ। ਉਹ ਕਾਹਦਾ ਗੋਲਾ ਵੱਜਾ ਰੱਬ ਜਾਣੇ, ਔਰ ਬਿਲਡਿੰਗ ਸਾਰੀ ਹਿੱਲ ਗਈ। ਫਿਰ ਅਸੀਂ ਬੜੀ ਉੱਥੋਂ ਹਫੜਾ ਦਫੜੀ ਪੈ ਗਈ, ਅਸੀਂ ਥੱਲੇ ਆਏ, ਫਿਰ ਵੇਖਿਆ ਸਭ ਕੁਛ। ਅਤੇ ਉੱਥੋਂ ਜਿਹੜੀ ਹੈ ਲੜਾਈ ਦੀ ਫਿਰ ਸ਼ੁਰੂਆਤ ਹੋਈ ਆ ਜਿਹੜੀ ਆਰਮੀ ਦੇ ਨਾਲ। ਬਾਕੀ ਜਿਹੜੀਆਂ ਫੋਰਸਾਂ ਸੀ ਉਹ ਪਾਸੇ ਹੋ ਗਈਆਂ ਅਤੇ ਆਰਮੀ ਨੇ ਆਪਣੇ ਸਾਰਾ ਕੁਝ ਕੰਟਰੋਲ 'ਚ ਲੈ ਲਿਆ ਸੀ। ਫਿਰ ਆਰਮੀ ਦੀ ਉੱਥੋਂ ਫਿਰ ਸਾਰੇ ਪਾਸਿਆਂ ਤੋਂ ਜੰਗਬੰਦੀ ਸ਼ੁਰੂ ਹੋ ਗਈ ਸਾਰੇ ਫਿਰ ਪਾਸੇ। ਤੁਸੀਂ ਅਕਾਲ ਤਖਤ ਸਾਹਿਬ ਆ ਕੇ ਫਿਰ ਅਸੀਂ ਅਕਾਲ ਤਖਤ ਸਾਹਿਬ ਨਹੀਂ, ਅਸੀਂ ਤੇ ਸਾਡੇ ਕੋਲ ਸਮਾਨ ਮੁੱਕ ਗਿਆ ਸੀਗਾ। ਬਾਕੀ ਜਿਹੜੇ ਬੰਦੇ ਫਾਇਰਿੰਗ ਕਰਨ ਰਹੇ ਸੀਗੇ ਸਾਡੇ ਮੋਰਚਿਆਂ 'ਚੋਂ 6-7 ਮੋਰਚੇ ਬਣੇ ਸੀ ਉਹਦੇ ਵਿੱਚ, ਅਤੇ ਉਹ ਸਮਾਨ ਮੁੱਕ ਗਿਆ ਸੀ। ਮੁੜ ਕੇ ਮੈਂ ਸੰਤਾਂ ਕੋਲ ਗਿਆ, ਗੁਲਜ਼ਾਰ ਸਿੰਘ ਨੇ ਆਖਿਆ ਵੀ ਜਾ ਕੇ ਆਪਣੇ ਕੋਲ ਗੋਲੀ ਚੱਕਾ ਮੁੱਕ ਗਿਆ, ਹੋਰ ਲਿਆਓ ਜਾ ਕੇ। ਅਤੇ ਭਾਈ ਅਮਰੀਕ ਸਿੰਘ ਜੀ ਬੈਠੇ ਸੀਗੇ, ਭਾਈ ਸਾਹਿਬ ਜਨਰਲ ਸਵੇਗ ਸਿੰਘ ਜੀ ਬੈਠੇ ਸੀਗੇ, ਸੰਤ ਬੈਠੇ ਸੀ। ਮੈਂ ਵੀ ਜਾ ਕੇ, ਮੇਰੇ ਖੂਨ ਨਾਲ ਕੱਪੜੇ ਲਿਬੜੇ ਹੋਏ ਸੀ, ਕਿਉਂਕਿ ਉਹ ਸਰਬਜੀਤ ਸਿੰਘ ਖਾਲੜਾ ਜਿਹੜਾ ਸੀਗਾ ਉਹਨੂੰ ਚੁੱਕ ਕੇ ਅਸੀਂ ਥੱਲੇ ਲਿਆਂਦਾ ਸੀਗਾ, ਔਰ ਉਹਦਾ ਜਿਹੜਾ ਖੂਨ ਸੀਗਾ ਸਾਡੇ ਕੱਪੜਿਆਂ ਨੂੰ ਸਾਰਿਆਂ ਨੂੰ ਲੱਗ ਚੁੱਕਾ ਸੀਗਾ। ਅਤੇ ਜਨਰਲ ਸਵੇਗ ਸਿੰਘ ਨੇ ਮੈਨੂੰ ਪੁੱਛਿਆ ਵੀ ਗੁਰਮੁਖਾ ਤੇਰੇ ਲਹੂ ਕਿਉਂ ਲੱਗਾ, ਜ਼ਖਮੀ ਹੋਇਆ ਤੂੰ? ਫਿਰ ਮੈਂ ਸਾਰੀ ਗੱਲਬਾਤ ਦੱਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਆਪਣਾ ਸਿੰਘ ਆ ਉਹ ਜ਼ਖਮੀ ਹੋ ਗਿਆ, ਤੈਨੂੰ ਥੱਲੇ ਲੈ ਕੇ ਆਏ ਹਾਂ। ਅਤੇ ਮੈਨੂੰ ਦੱਸਿਆ ਵੀ ਉਹਨੇ ਤੂੰ ਕਿੱਧਰ ਆਇਆ? ਫਿਰ ਮੈਂ ਸੀ ਉਹ ਸਾਡੇ ਕੋਲ ਸਮਾਨ ਮੁੱਕ ਗਿਆ ਅਤੇ ਮੈਨੂੰ ਭੇਜਿਆ ਉਹਨਾਂ ਨੇ, ਗੁਲਜ਼ਾਰ ਸਿੰਘ ਨੇ ਵੀ ਦਿਓ ਸਮਾਨ ਸਮੂਨ ਦਿਓ, ਗੋਲੀ ਚੱਕਾ ਦਿਓ। ਉਹਨਾਂ ਮੈਨੂੰ ਇੱਕ ਛੋਟਾ ਜਿਹਾ ਟਰੰਕ ਦਿੱਤਾ, ਉਹ ਲੈ ਕੇ ਗਿਆ ਮੈਂ ਜ਼ਰੂਰ ਉੱਥੇ। ਫਿਰ ਗੋਲੀ ਜਿਹੜੀ ਗੋਲੀਬੰਦੀ ਉਹ ਲਗਾਤਾਰ ਚੱਲਦੀ ਰਹੀ ਆ। ਫਿਰ 4 ਤਰੀਕ ਨੂੰ ਸਾਰਾ ਦਿਨ ਗੋਲੀ ਚੱਲਦੀ ਰਹੀ, ਪਤਾ ਨਹੀਂ ਕੌਣ ਮਰ ਗਿਆ ਕੌਣ ਜੀ ਪਿਆ। ਮੈਂ ਇੱਕ ਵਾਰੀ ਪਾਣੀ ਲੈਣ ਵੀ ਗਿਆ ਸਰੋਵਰ 'ਚ, ਜਿਹੜੀ ਟੈਂਕੀ ਸੀ ਉਹ ਥੱਲੇ ਪਾਣੀ ਉਹਦਾ ਬੰਦ ਹੋ ਗਿਆ ਸੀਗਾ ਟੈਂਕੀ, ਅਤੇ 5 ਤਰੀਕ ਨੂੰ ਉਡਾਤੀ ਸੀ ਸਾਰੀ। ਪਰ ਜਿਹੜਾ ਪਾਣੀ ਸੀ ਨਾ ਉਹ ਪਹਿਲਾਂ ਹੀ ਆਸੇ ਪਾਸੇ ਜਿਹੜੀਆਂ ਬੰਦ ਸੀਗੀਆਂ ਉਹ ਬੰਦ ਕਰ ਦਿੱਤਾ ਸੀ, ਉਹਦੀਆਂ ਟੂਟੀਆਂ ਟਾਟੀਆਂ ਜਿਹੀਆਂ, ਅਤੇ ਸਾਡੇ ਵੀ ਬੰਦ ਸੀ। ਮੈਂ ਫਿਰ ਪਾਣੀ ਥੱਲੇ ਉਹ ਲੈਣ ਗਿਆ ਵਾਂ, ਲੈ ਕੇ ਆ ਪਾਣੀ। ਤੇ ਬੜੀਆਂ ਮੈਂ ਲਾਸ਼ਾਂ ਵੇਖੀਆਂ, 100 ਦੇ ਹਿਸਾਬ ਨਾਲ ਲਾਸ਼ਾਂ ਵੇਖੀਆਂ, 100 ਦੇ ਹਿਸਾਬ ਨਾਲ। ਇਸੇ ਤਰ੍ਹਾਂ ਹੀ ਫਿਰ 5 ਤਰੀਕ ਨੂੰ ਫਿਰ ਮੈਂ ਪਾਣੀ ਲੈਣ ਗਿਆ ਸ਼ਾਮ ਨੂੰ 5 ਵਜੇ, 4-5-6 ਵਜੇ ਦੇ ਲਗਭਗ। ਇੱਕ ਮੈਂ ਪੀਪਾ ਫੜਿਆ ਪਾਣੀ ਵਾਲਾ, ਔਰ ਮੇਰੇ ਸਿਰ ਦੇ ਉੱਤੋਂ ਦੀ ਜਿਸ ਤਰ੍ਹਾਂ ਪਾਣੀ ਦਾ ਮੀਂਹ ਵਰਦਾ ਨਾ, ਇਸ ਤਰ੍ਹਾਂ ਉਹ ਲਾਰਾਂ ਜਿਹੀਆਂ ਵਗਣ ਡੀਆਂ ਸੀ, ਚੱਲਣ ਡੀਆਂ ਸੀ ਮੇਰੇ ਸਿਰ ਦੇ ਉੱਤੋਂ ਦੀ। ਮੈਂ 1 ਮਿੰਟ ਵਾਸਤੇ ਮੈਂ ਪਜ਼ਲ ਜਿਹਾ ਹੋ ਗਿਆ ਵੀ ਮੇਰੇ ਸਿਰ ਦੇ ਉੱਤੇ ਆਹ ਕੀ ਚੱਲ ਰਿਹਾ, ਲਾਲ ਜਿਹਾ ਕੀ ਚੱਲ ਰਿਹਾ ਵਾ। ਪਰ ਮੈਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਵੀ ਮੈਂ ਦੁਸ਼ਮਣ ਦਾ ਨਿਸ਼ਾਨਾ ਮੈਨੂੰ ਬਣਾਇਆ ਜਾ ਰਿਹਾ, ਮੈਂ ਆਰਮੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ। ਅਤੇ ਮੈਂ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਮੈਂ ਫਿਰ ਥੱਲੇ ਲੰਮੇ ਪੈ ਗਿਆ ਥੱਲੇ। ਫਿਰ ਮੈਂ ਕਰੋਲਿੰਗ ਕਰਕੇ ਫਿਰ ਗਾਂਹ ਅੱਗੇ ਜਾ ਕੇ ਬਰਾਂਡੇ ਦੇ ਵਿੱਚ ਮੈਂ ਚਲਾ ਗਿਆ, ਉੱਥੇ ਫਿਰ ਮੈਂ ਆਪਣੇ ਆਪ ਨੂੰ ਸੇਫ ਕੀਤਾ। ਫਿਰ ਉਹ ਪਾਣੀ ਦਾ ਜਿਹੜਾ ਪੀਪਾ ਸੀ ਮੇਰੇ ਕੋਲ ਉਹ ਵੀ ਉੱਥੇ ਡੁੱਲ ਗਿਆ। ਫਿਰ ਮੈਂ ਬਚ ਬਚਾ ਕੇ ਉਹ ਪਾਣੀ ਜਾ ਕੇ ਫਿਰ ਭਰਿਆ, ਫਿਰ ਮੈਂ ਉੱਥੇ ਕੋਠੇ 'ਤੇ ਲੈ ਕੇ ਗਿਆ ਸਾਰਾ ਕੁਛ। ਇਹ 5 ਤਰੀਕ ਦਾ ਹੀ ਗੱਲ ਆ। 4 ਤੇ 5 ਤਰੀਕ ਨੂੰ ਤੇ ਲਾਸ਼ਾਂ ਜਿਹੜੀਆਂ ਪਰਿਕਰਮਾ ਦੇ ਵਿੱਚ ਬੜੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਸੀਗੇ। ਇਹ ਜਿਹੜਾ ਗੁਲਜ਼ਾਰ ਸਿੰਘ ਸੀਗਾ ਇਹਦੇ ਵੀ ਸੱਟ ਲੱਗੀ ਸੀਗੀ, ਗਿੱਟਾ ਇਹਦਾ ਵੱਢਿਆ ਗਿਆ ਸੀਗਾ ਇਹ ਬਿਲਡਿੰਗ ਤੋਂ ਉਤਰਨ ਲੱਗਿਆ। ਅਤੇ ਇਹ ਜਿੱਥੇ ਪਾਣੀ ਦੀ ਛਬੀਲ ਲੱਗਦੀ ਆ ਉੱਥੇ ਬੈਠਾ ਸੀ, ਇਹਦਾ ਅਸੀਂ ਪਤਾ ਲੈਣ ਗਏ ਹਾਂ। ਔਰ ਮੈਂ ਬੜੀਆਂ ਲਾਸ਼ਾਂ ਵੇਖੀਆਂ ਉੱਥੇ ਜੀ, ਬੇਹੱਦ ਲਾਸ਼ਾਂ ਵੇਖੀਆਂ। ਉਹਨਾਂ ਲਾਸ਼ਾਂ ਦੇ ਵਿੱਚ
ਬੱਚੇ ਵੀ ਹੈਗੇ ਸੀ, ਬੀਬੀਆਂ ਵੀ ਹੈਗੀਆਂ ਸੀ, ਕੁੜੀਆਂ, ਬਜ਼ੁਰਗ ਸਾਡੇ, ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਵੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਔਰ ਉਹਨੇ ਮਰੇ ਪਏ ਸੀ ਵਿਚਾਰੇ। ਅਤੇ ਗੋਲੀਬਾਰੀ ਚੱਲ ਰਹੀ ਸੀਗੀ ਲਗਾਤਾਰ, ਕੰਟੀਨਿਊਲੀ ਚੱਲ ਰਹੀ ਸੀ। ਔਰ ਜੇ ਆਪਾਂ 5 ਤਰੀਕ ਦੀ ਗੱਲ ਕਰੀਏ, 5 ਤਰੀਕ ਨੂੰ ਜਿਹੜਾ ਘਮਸਾਨ ਦਾ ਯੁੱਧ ਹੋਇਆ ਨਾ ਯਾਦਵਿੰਦਰ ਜੀ, ਉਹ ਤਾਂ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਹੋਇਆ। ਜਿਹੜਾ ਦਰਬਾਰ ਸਾਹਿਬ ਦਾ ਪ੍ਰਮੁੱਖ ਦੁਆਰ ਆ, ਉੱਧਰੋਂ ਆਰਮੀ ਵਾਲੇ ਲੰਘ ਕੇ ਆਉਂਦੇ ਸੀਗੇ। ਮੈਂ ਆਪਣੀਆਂ ਅੱਖਾਂ ਨਾਲ ਕੀ ਦੇਖਿਆ, ਰਾਤ ਨੂੰ ਕੋਈ 9-10 ਵਜੇ ਕੋਈ 100-150 ਆਰਮੀ ਵਾਲਿਆਂ ਦਾ ਜਿਹੜਾ ਗਰੁੱਪ ਆ ਨਾ, ਉਹ ਅੰਦਰ ਨੂੰ ਭੱਜਾ ਆ ਰਿਹਾ। ਔਰ ਜਦੋਂ ਅਕਾਲ ਤਖ਼ਤ ਸਾਹਿਬ ਲਾਗੇ ਪਹੁੰਚਦਾ ਨਾ, ਫਿਰ ਜਿੱਥੇ ਜਿੱਥੇ ਵੀ ਮੋਰਚਾਬੰਦੀ ਹੈਗੀ, ਜਿੱਥੇ ਜਿੱਥੇ ਲੈ ਕੇ ਬੈਠੇ ਸੀ ਹਥਿਆਰ ਥੂਰ, ਉਹ ਸਾਰੇ ਜਿਹੜੇ ਆਰਮੀ ਵਾਲੇ ਸੀ ਉਹ ਨਿਸ਼ਾਨਾ ਬਣਦੇ ਸੀ ਅਤੇ ਉਹਨਾਂ ਦੀ ਢੇਰੀਆਂ ਉੱਥੇ ਲੱਗਦੀਆਂ ਸੀ ਅਕਾਲ ਤਖ਼ਤ ਸਾਹਿਬ। ਇਹ ਮੈਂ ਆਪਣੀ ਅੱਖੀਂ ਵੇਖਿਆ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀਆਂ ਢੇਰੀਆਂ ਲੱਗਦੀਆਂ ਸੀ ਅਤੇ ਇੱਕ ਵਾਰ ਫਿਰ ਉਹ ਹਨੇਰੇ ਵਾਲੇ ਬੰਬ ਸੁੱਟਦੇ ਸੀਗੇ ਆਰਮੀ ਵਾਲੇ। ਹਨੇਰਾ ਹੁੰਦਾ ਸੀ, ਫਿਰ ਆਪਣੇ ਆਰਮੀ ਵਾਲੇ ਜਿਹੜੇ ਬੰਦੇ ਮਰ ਗਏ ਸੀਗੇ ਜਾਂ ਜ਼ਖਮੀ ਸੀਗੇ, ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਚੁੱਕਣ ਦੀ ਕੋਸ਼ਿਸ਼ ਦੇ ਵਿੱਚ ਫਿਰ ਹੋਰ ਮਰਦੇ ਆ। ਇਹੋ ਜਿਹਾ ਮੰਜ਼ਰ ਪੈਦਾ ਹੋ ਗਿਆ ਸੀਗਾ ਕਿ ਦੂਜੀ ਤੀਜੀ ਵਾਰ ਫਿਰ ਉਹ ਗਰੁੱਪ, ਫਿਰ ਹੋਰ ਗਰੁੱਪ ਜਿਹੜਾ ਆਇਆ ਉਹਨਾਂ ਦਾ ਆਰਮੀ ਵਾਲਿਆਂ ਦਾ 150-200 ਦਾ ਸ਼ਾਇਦ ਹੋਏਗਾ। ਔਰ ਉਹ ਨਿਸ਼ਾਨਾ ਜਿਹੜਾ ਸੀਗਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ, ਭਾਈ ਅਮਰੀਕ ਸਿੰਘ ਨੂੰ ਅਤੇ ਜਨਰਲ ਸਬੇਗ ਸਿੰਘ ਨੂੰ ਜਿਉਂਦਿਆਂ ਫੜਨਾ, ਕਿਸ ਤਰ੍ਹਾਂ ਫੜਨਾ, ਜਿਉਂਦਿਆਂ ਫੜਨਾ, ਕਿਸ ਤਰ੍ਹਾਂ ਫੜਨਾ, ਜੇ ਜਿਉਂਦਿਆਂ ਹੱਥ ਨਹੀਂ ਆਉਂਦਾ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਨਿਸ਼ਾਨਾ ਬਣਾਉਣਾ, ਕਿਸ ਤਰ੍ਹਾਂ ਉਹਨਾਂ ਨੂੰ ਮਾਰਨਾ ਆ। ਮੇਨ ਪ੍ਰਮੁੱਖ ਉਹ ਤਿੰਨੇ ਸੀਗੀਆਂ ਧਿਰਾਂ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਔਰ ਜਨਰਲ ਸਬੇਗ ਸਿੰਘ ਜੀ। ਇਹਨਾਂ ਤਿੰਨਾਂ ਨੂੰ ਪ੍ਰਮੁੱਖ, ਇਹਨਾਂ ਨੂੰ ਜਾਂ ਫੜਨਾ ਸੀ ਜਾਂ ਮਾਰਨਾ ਸੀ, ਇਹਨਾਂ ਨੂੰ ਨਿਸ਼ਾਨਾ ਬਣਾਉਣਾ ਸੀ। ਔਰ ਮੈਂ ਗੱਲ ਕਰ ਰਿਹਾ ਸੀ ਕਿ ਵੀ ਇੱਕ ਗਰੁੱਪ ਆਇਆ, ਫਿਰ ਦੂਜਾ ਗਰੁੱਪ ਆਇਆ, ਫਿਰ ਤੀਜਾ ਗਰੁੱਪ ਆਇਆ। 3 ਗਰੁੱਪਾਂ ਦੇ ਵਿੱਚ 150-200 ਬੰਦੇ ਨੂੰ ਭੇਜਦੇ ਰਹੇ ਆਰਮੀ ਵਾਲੇ, ਜਿਹੜਾ ਵੀ ਉਹਨਾਂ ਦਾ ਕਮਾਂਡਰ, ਚੀਫ ਕਮਾਂਡਰ ਸੀਗਾ। ਪਰ ਇੱਕ ਵੀ ਬੰਦਾ ਜਿਹੜਾ ਸੀਗਾ ਆਰਮੀ ਵਾਲਿਆਂ ਦਾ, ਉਹ ਅਕਾਲ ਤਖ਼ਤ ਸਾਹਿਬ ਦੇ ਅੰਦਰ ਨਹੀਂ ਜਾ ਸਕਿਆ, ਕਿਉਂਕਿ ਲੜਾਈ ਦਾ ਮਾਹਰ ਸੀ ਜਿਹੜਾ ਜਨਰਲ ਸਬੇਗ ਸਿੰਘ, ਉਹਦੀ ਘੇਰਾਬੰਦੀ, ਉਹਦੀ ਮੋਰਚਾਬੰਦੀ, ਉਹਦੀ ਜਿਹੜੀ ਪਲੈਨਿੰਗ ਸੀ, ਜਿਹੜੀ ਉਹ ਮੋਰਚਾਬੰਦੀਆਂ ਦੀ, ਲੜਾਈ ਦੇ ਢੰਗ, ਮੈਂ ਇਹ ਗੱਲ ਉਹਦੇ ਮਾਨ ਦੇ ਵਿੱਚ ਕਹਿ ਸਕਦਾ ਵੀ ਜੇ ਕਿਸੇ ਤੋਂ ਲੜਾਈ ਦੇ ਢੰਗ ਸਿੱਖਣੇ ਆ ਨਾ, ਲੜਨ ਦੇ ਢੰਗ ਸਿੱਖਣੇ ਆਰਮੀ ਵਾਲਿਆਂ ਦੀ ਹਥਿਆਰਾਂ ਨਾਲ, ਅਤੇ ਜਨਰਲ ਸਬੇਗ ਸਿੰਘ ਤੋਂ ਸਿੱਖੇ, ਜਿਹਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨੀਆਂ ਦੇ ਹੱਥ ਖੜ੍ਹੇ ਕਰਵਾਏ ਸੀ। 97,000 ਪਾਕਿਸਤਾਨੀ ਆਰਮੀ ਦੇ ਹੱਥ ਖੜ੍ਹੇ ਕਰਵਾਏ ਸੀ। ਔਰ ਉਹ ਥੋੜ੍ਹੀ ਜਿਹੀ ਗੱਲ ਦੇ ਕਰਕੇ ਫਿਰ ਉਹ ਜਿਹੜਾ ਸਰਕਾਰ ਨਾਲ ਨਾਰਾਜ਼ਗੀ ਹੋ ਗਈ ਸੀ ਜਨਰਲ ਸਬੇਗ ਸਿੰਘ ਦੀ ਬਿਨਾਂ ਵਜ੍ਹਾ ਹੀ। ਔਰ ਜਿਹੜੀ ਉਹ ਮੁੜ ਕੇ ਉਹ ਜਨਰਲ ਅਰੋੜੇ ਨੂੰ ਉਹਦੀ ਜਿਹੜੀ ਸੀਗੀ ਉਹ ਜਿਹੜਾ ਬੈਨੀਫਿਟ ਕਹਿ ਲਓ, ਜਾਂ ਉਹਦਾ ਪਾਕਿਸਤਾਨੀ ਜਿਹੜੇ 97,000 ਆਰਮੀ ਦੇ ਹੱਥ ਬਾਹਾਂ ਖੜੀਆਂ ਕਰਾਈਆਂ, ਉਹਨਾਂ ਕੋਲ ਹਥਿਆਰ ਖੋਏ ਸੀ, ਲੈ ਸੀਗੇ, ਉਹਦਾ ਜਿਹੜਾ ਸਿਹਰਾ ਉਹ ਅਰੋੜੇ ਨੂੰ ਦੇ ਦਿੱਤਾ, ਜਨਰਲ ਅਰੋੜੇ ਨੂੰ, ਨਾ ਕਿ ਜਨਰਲ ਸਬੇਗ ਸਿੰਘ ਨੂੰ ਦਿੱਤਾ ਗਿਆ। ਔਰ ਉਹਦੇ ਵਿਰੋਧ ਦੇ ਵਿੱਚ ਨਾਰਾਜ਼ਗੀ ਚੱਲ ਰਹੀ ਸੀ, ਜਿਸ ਕਰਕੇ ਜਨਰਲ ਸਬੇਗ ਸਿੰਘ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਸਾਥ ਦਿੱਤਾ। ਤੁਸੀਂ ਜਨਰਲ ਸਬੇਗ ਸਿੰਘ ਨੂੰ ਮਿਲੇ, ਉਦੋਂ ਸਾਰੀ ਟ੍ਰੇਨਿੰਗ ਉਹਨਾਂ ਦੀ ਸੀ, ਮੋਰਚਾਬੰਦੀ ਤੁਹਾਡੇ, ਜਿਵੇਂ ਤੁਸੀਂ ਕਦੋਂ ਮਿਲੇ ਉਹਨਾਂ ਨੂੰ? ਉਹ 5 ਨੂੰ ਮੈਂ ਉਹਨਾਂ ਨੂੰ 1 ਤਰੀਕ ਨੂੰ ਹੀ ਮਿਲਿਆ ਜੀ, 5 ਤਰੀਕ ਨੂੰ ਹੀ ਮਿਲਿਆ ਉਹਨਾਂ ਨੂੰ। 5 ਤਰੀਕ ਨੂੰ ਹੀ ਮੈਂ ਗਿਆ, ਉਹਨਾਂ ਕੋਲ ਗਿਆ ਵਾਂ। 5 ਤਰੀਕ ਨੂੰ ਕੋਈ ਲਗਭਗ ਦੁਪਹਿਰੇ 2:30-3 ਵਜੇ ਦਾ ਟਾਈਮ ਹੋ ਗਿਆ, 2 ਤੋਂ 3 ਵਜੇ ਦਾ ਟਾਈਮ ਹੋਏਗਾ ਜਦੋਂ ਮੈਂ ਜਨਰਲ ਸਬੇਗ ਸਿੰਘ ਨੂੰ ਮਿਲਿਆ, ਭਾਈ ਅਮਰੀਕ ਸਿੰਘ ਨੂੰ ਮਿਲਿਆ, ਸੰਤਾਂ ਨੂੰ ਮਿਲਿਆ। ਉਸ ਤੋਂ ਬਾਅਦ ਨਹੀਂ ਮੇਲ ਮਿਲਾਪ ਹੋ ਸਕਿਆ। ਉਸ ਤੋਂ ਬਾਅਦ ਪਤਾ ਲੱਗਾ, ਉਸੇ ਰਾਤ ਹੀ ਪਤਾ ਲੱਗ ਗਿਆ, 5 ਤਰੀਕ ਦੀ ਰਾਤ ਹੀ ਪਤਾ ਲੱਗ ਗਿਆ ਸੀਗਾ ਵੀ ਜਨਰਲ ਸਬੇਗ ਸਿੰਘ ਚੜ੍ਹਾਈ ਕਰ ਗਏ ਨੇ। ਉਹ ਪਹਿਲਾਂ ਤਾਂ HE-36 ਜਿਹੜੇ ਗ੍ਰਨੇਡ ਉਹ ਸੁੱਟਦੇ ਸੀਗੇ, ਫਿਰ ਇੱਕ ਜਿਹੜਾ ਗਰਾਰੀ ਬੰਬ ਹੁੰਦਾ ਨਾ, ਗਰਾਰੀ ਬੰਬ ਜਿਹੜਾ ਜਿਵੇਂ ਟੋਕੇ ਨੂੰ ਗਰਾਰੀ ਲੱਗਦੀ ਹੈ ਨਾ, ਪੱਠੇ ਕੁਤਰਨ ਵਾਲੀ, ਉਹ ਸੇਮ ਉਸੇ ਦੀ ਗਰਾਰੀ ਹੁੰਦੀ ਹੈ। ਔਰ ਉਹਨੂੰ ਫੀਤਾ ਲਾਉਣਾ ਪੈਂਦਾ, ਉਹਨੂੰ ਅੱਗ ਲਾ ਕੇ ਉਹਨੂੰ
ਸੁੱਟਣਾ ਪੈਂਦਾ, ਫਿਰ ਬਲਾਸਟ ਹੁੰਦਾ। ਪਹਿਲਾਂ ਉਹਦੇ ਫੀਤੇ ਨੂੰ ਅੱਗ ਲਾਉਣੀ ਪੈਂਦੀ ਆ। ਔਰ ਜਨਰਲ ਸਵੇਗ ਸੋਹਣੀ ਜਦੋਂ ਉਹਨੂੰ ਅੱਗ ਲਾਉਣ ਲੱਗਿਆ ਤੇ ਉਹ ਨਜ਼ਰੀ ਚੜ੍ਹ ਗਿਆ ਫਿਰ ਉਹ ਆਰਮੀ ਵਾਲਿਆਂ ਦੇ, ਔਰ ਉਹ ਫਿਰ ਉੱਥੇ ਗੋਲੀਆਂ ਦਾ ਨਿਸ਼ਾਨਾ ਬਣਿਆ। ਔਰ ਫਿਰ ਉਹ ਪੈਦਲ ਹੀ ਖੁਦ ਆਪ ਚੱਲ ਕੇ ਜ਼ਖਮੀ ਹੋਇਆ, ਫਿਰ ਸੰਤਾਂ ਦੇ ਕੋਲ ਆਇਆ। ਫਿਰ ਜੋ ਸੁਣੀਆਂ ਸੁਣਾਈਆਂ ਗੱਲਾਂ ਮੈਂ ਲਾਗਿਓ ਕਿਤੇ ਨਹੀਂ ਸੁਣੀਆਂ, ਪਰ ਹੋਰਨਾਂ ਬੰਦਿਆਂ ਤੋਂ ਜਿਹੜੀਆਂ ਸੁਣੀਆਂ, ਜਿਵੇਂ ਬਲਵਿੰਦਰ ਸਿੰਘ ਖੋਜਕੀਪੁਰ ਸੀ, ਜਾਂ ਬਾਬਾ ਧਨਦੇਵ ਸਿੰਘ ਸੀਗਾ, ਜਾਂ ਹੋਰ ਸਿੰਘ ਸੀ, ਉਹਨਾਂ ਕੋਲ ਸੁਣੀਆਂ ਸੀਗੀਆਂ ਵੀ ਇਹਨਾਂ ਦੀਆਂ ਸੰਤਾਂ ਨੇ ਪਾਟਕ ਦੇ ਉੱਤੇ ਸਿਰ ਰੱਖਿਆ ਵਾ ਜਨਰਲ ਸਵੇਗ ਸੋਹ ਨੇ, ਔਰ ਆਖਰੀ ਗੱਲਾਂ ਕੀਤੀਆਂ ਨੇ। ਮੁਖਤਿਆਰ ਸਿੰਘ ਮੁਖੀ ਆ ਜਿਹੜਾ ਅਮਰੀਕਾ ਦੇ ਵਿੱਚ ਆ ਹੁਣ, ਉਹਨੇ ਵੀ ਦੱਸਿਆ ਵੀ ਆਹ ਗੱਲਾਂ ਹੋਈਆਂ। ਤੋ ਜਨਰਲ ਸਵੇਗ ਸੋਹ ਜੀ 5 ਜੂਨ ਦੀ ਰਾਤ ਨੂੰ ਲਗਭਗ 8:30 ਵਜੇ ਉਹ ਸ਼ਹੀਦ ਹੋ ਜਾਂਦੇ ਆ। ਫਿਰ ਜਿਹੜਾ ਘਮਸਾਨ ਦਾ ਜਿਹੜਾ ਯੁੱਧ ਆ ਉਹ 10 ਵਜੇ ਤੋਂ ਬਾਅਦ, 10 ਵਜੇ ਤੋਂ ਲੈ ਕੇ ਬੜੇ ਭੁਲੇਖਾ ਪਾਊ ਨਾਅਰੇ ਵੱਜਦੇ ਪਏ ਸੀਗੇ ਵੀ ਬੋਲੇ ਸੋਹਣੇਹਾਲ, ਬੋਲੇ ਸੋਹਣੇਹਾਲ। ਵੀ ਆਰਮੀ ਵਾਲੇ ਇਹ ਸਮਝਣ ਕਿ ਵੀ ਇਹਨਾਂ ਦੇ ਸਿੰਘ ਆ ਗਏ ਆ, ਅਸੀਂ ਸਮਝੀਏ ਵੀ ਇਹ ਸਾਡੇ ਸਿੰਘ ਆ ਗਏ ਆ। ਉਹ ਭੁਲੇਖਾ ਪਾਉਂਦੇ ਪਏ ਸੀਗੇ, ਪਰ ਹੈਗੇ ਉਹ ਆਰਮੀ ਵਾਲੇ। ਉਹ ਜਿਹੜੀਆਂ ਪਰਿਕਰਮਾ ਦੇ ਉੱਪਰ ਬਿਲਡਿੰਗ ਸੀ ਬਣੀ, ਉਹਦੇ ਉੱਪਰੋਂ ਦੀ ਹੋ ਕੇ ਉਹ ਕਰੋਲਿੰਗ ਕਰਦੇ ਕਰਦੇ ਉਹ ਅਕਾਲ ਤਖ਼ਤ ਸਾਹਿਬ ਨੂੰ ਘੇਰਦੇ ਪਏ ਸੀਗੇ। ਫਿਰ ਉਹ ਦੇਰ ਗਈ ਰਾਤ। ਫਿਰ ਜਦੋਂ ਕੁਛ ਵੀ ਨਾ ਹੋ ਸਕਿਆ, ਨਾ ਸੰਤ ਫੜੇ ਗਏ ਇਹਨਾਂ ਕੋਲ, ਨਾ ਸੰਤ ਸ਼ਹੀਦ ਕੀਤੇ ਗਏ, ਨਾ ਭਾਈ ਅਮਰੀਕ ਸਿੰਘ ਜੀ ਫੜੇ ਗਏ, ਨਾ ਸ਼ਹੀਦ ਕੀਤੇ ਗਏ। ਮੁੜ ਕੇ ਉਹ ਜਦੋਂ ਫਿਰ ਕੁਛ ਵੀ ਉਹਨਾਂ ਕੋਲ ਹੋ ਨਾ ਸਕਿਆ, ਮੁੜ ਕੇ ਜਿਹੜੇ ਇਹਨਾਂ ਨੇ ਟੈਂਕਾਂ ਦੀ ਵਰਤੋਂ ਕੀਤੀ, ਇਹਨਾਂ ਨੇ ਫਿਰ ਟੈਂਕਾਂ ਦੇ ਗੋਲੇ ਫਿਰ ਉਹ ਅਕਾਲ ਤਖ਼ਤ ਸਾਹਿਬ ਨੂੰ ਦਾਗਣੇ ਸ਼ੁਰੂ ਕੀਤੇ। ਯਾਦਵਿੰਦਰ ਜੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਲੱਗੇ ਆ ਨਾ, ਅਕਾਲ ਤਖ਼ਤ ਸਾਹਿਬ ਦੇ ਅਗਲੀ ਫਰੰਟ ਵਾਲੀ ਸਾਈਡ 'ਤੇ 2 ਗੁੰਬਦ ਲੱਗੇ ਆ। ਤੁਸੀਂ ਇੱਕ ਪੁਰਾਣੀ ਜਿਹੜੀ ਢੱਠੀ ਹੋਈ ਬਿਲਡਿੰਗ ਜਿਹੜੀ ਆ ਉਹ ਤੁਸੀਂ ਵੇਖਦੇ ਹੋਗੇ, ਹੁਣ ਵੀ ਜਿਹੜੀ ਫਰੈਸ਼ ਬਣੀ ਉਹ ਵੀ ਵੇਖਦੇ ਹੋਗੇ। ਗੁੰਬਦ ਦੋਨੇ ਪਾਸੇ ਆ। ਇੱਕ ਜਿਹੜਾ ਗੁੰਬਟ ਆ, ਮੈਂ ਆਪਣੀ ਅੱਖੀਂ ਤੋਪ ਦਾ ਗੋਲਾ ਵੱਜਦਾ ਵੇਖਿਆ, ਔਰ ਉਹਨੂੰ ਬਲਾਸਟ ਹੁੰਦੇ ਨੂੰ ਉਹਦਾ ਵੇਖਿਆ। ਫਿਰ ਜਿਹੜੇ 2 ਬੁਰਜ ਆ ਵੱਡੇ, ਜਿਹੜੇ ਬ੍ਰਹਮਪੁੱਟਾ ਵਾਲੀ ਸਾਈਡ 'ਤੇ ਆ, ਜੱਸਾ ਸਿੰਘ ਰਾਮਗੜੀਆ ਜਿਹੜਾ ਇੱਕ ਬੁਰਜ ਵੱਜਦਾ, ਇੱਕ ਦੂਜਾ ਵੱਜਦਾ। 5 ਤਰੀਕ ਦੀ ਦਿਨ ਦੇ ਟਾਈਮ ਮੈਂ ਆਪਣੀ ਮੋਰਚੇ 'ਚ ਬੈਠਾ ਉਹ ਗਿਣਤੀ ਕਰ ਰਿਹਾ ਸੀਗਾ। 37 ਗੋਲੇ ਵੱਜੇ, ਔਰ ਜਿਹੜਾ ਬਿਲਡਿੰਗ ਆ ਉਹਦੀ ਮਨਾਰਾਂ ਦੀ ਕਹਿ ਲਓ ਜਾਂ ਬੁਰਜ ਦੀ ਕਹਿ ਲਓ, ਉਹ ਡਿੱਗੇ ਨਹੀਂ, ਉਹ ਹਿਲਦੇ ਪਏ ਸੀ, ਹਿੱਲੀ ਜਾ ਰਹੇ ਸੀ ਪਰ ਡਿੱਗਦੇ ਨਹੀਂ ਸੀ। ਗਾਰਨੋਸ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਉਹਨੂੰ ਸੀਮੈਂਟ ਦੇ ਨਾਲ ਜਾਂ ਹੋਰ ਉਹਨੂੰ ਕਿਸੇ ਚੀਜ਼ ਦੇ ਨਾਲ ਉਹਦੀ ਬਣਤਰ ਜਿਹੜੀ ਉਹ ਕੀਤੀ ਹੋਏਗੀ ਉਸ ਸਮੇਂ ਦੇ ਵਿੱਚ। ਇਹ ਜਿਹੜੇ ਬੁਰਜ ਬਣਿਆ ਲਗਭਗ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਬਾਅਦ ਬਣੇ ਆ, 10-12 ਸਾਲ ਬਾਅਦ 'ਚ ਹੀ ਬਣੇ ਆ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਹੀ ਜੱਸਾ ਸਿੰਘ ਰਾਮਗੜੀਆ ਜਾਂ ਪਹਿਲਾਂ ਵੀ ਹੋਏ ਆ, ਇਹ ਵੱਡੇ ਸੀ ਉਹਨਾਂ ਨੂੰ। ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਵੀ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਜਿਹੜਾ 1780 ਵਿੱਚ ਹੁੰਦਾ। ਤਾਂ ਉਹਨਾਂ ਤੇ ਬਹੁਤ ਸਾਰੇ ਗੋਲੇ ਦਾਗੇ ਗਏ, ਮਤਲਬ ਬੁੰਗਿਆਂ ਤੇ ਕਿੰਨੇ ਗੋਲੇ ਦਾਗੇ? ਬੁੰਗਿਆਂ ਤੇ ਵੱਖਰੇ ਗੋਲੇ ਦਾਗੇ ਗਏ। ਜਿਹੜੇ ਬੁਰਜ ਸੀਗੇ 37 ਗੋਲੇ ਮੈਂ ਤਾਂ ਆਪਣੀਆਂ ਅੱਖਾਂ ਨਾਲ ਵੇਖੇ ਆ, ਤੇ ਮੈਂ ਸੁਣੇ ਆ, ਮਹਿਸੂਸ ਕੀਤੇ, ਔਰ ਮੈਂ ਆਪਣੀਆਂ ਗਿਣਤੀ ਕੀਤੀ ਹੈ ਵੀ 37 ਗੋਲੇ ਉੱਥੇ 37 ਗੋਲੇ ਵੱਜੇ ਆ, ਪਰ ਡਿੱਗੇ ਨਹੀਂ। ਅਕਾਲ ਤਖ਼ਤ ਵਾਲੇ? ਅਕਾਲ ਤਖ਼ਤ ਸਾਹਿਬ ਤੋਂ ਨਹੀਂ, ਜਿਹੜੇ ਬੁੰਗੇ ਨੇ, ਜਿਹੜੇ ਬੁੰਗੇ ਆ ਬੁਰਜ ਨੇ, ਮੈਂ ਉਹਨਾਂ ਦੇ ਬੁਰਜਾਂ ਦੀ ਗੱਲ ਕਰਦਾ। ਬੁਰਜ ਜਿਹੜੇ ਬਣਾਏ 2 ਜਿਹੜੇ ਵੱਡੇ ਉੱਚੇ ਲੰਮੇ, ਉਹ ਡਿੱਗੇ ਨਹੀਂ ਗਏ। ਪਰ ਘਮਸਾਨ ਦਾ ਯੁੱਧ ਜਿਹੜਾ ਨਾ ਉਹ ਅਕਾਲ ਤਖ਼ਤ ਸਾਹਿਬ ਦੇ ਵਿੱਚ ਜੇ ਬਿਲਕੁਲ ਫਰੰਟ 'ਤੇ ਹੋਇਆ। ਉੱਥੇ ਤਾਂ 5 ਤਰੀਕ ਦੀ ਰਾਤ ਉਹਦਾ ਜਿਹੜਾ ਮੰਜ਼ਰ ਸੀ ਨਾ, ਉਹ ਤੇ ਦੇਖਣ ਯੋਗ ਹੀ ਨਹੀਂ ਸੀਗਾ। ਤੁਸੀਂ ਫਿਰ 5 ਨੂੰ ਵੀ ਗੋਲੀਆਂ, ਪਤਾ ਨਹੀਂ ਫਿਰ ਤੁਸੀਂ ਜਵਾਬੀ ਕਾਰਵਾਈ ਤੁਸੀਂ ਵੀ ਕੀਤੀ? ਜੱਬੇ ਬਾਣ ਲੱਗ ਗਿਓ ਤਬੇ ਰੋਸ ਜਾਗਿਓ।
ਜੇ ਸਾਡੇ ਘਰ ਵਿੱਚ ਆ ਕੇ ਕਿਸੇ ਨੇ ਸਾਡੇ ਤੇ ਕੋਈ ਅਟੈਕ ਕੀਤਾ ਤੇ ਸਾਡਾ ਇਹ ਫਰਜ਼ ਨਹੀਂ ਬਣਦਾ ਵੀ ਅਸੀਂ ਇੱਥੋਂ ਛੱਡ ਕੇ ਸਭ ਕੁਝ ਭੱਜ ਜਾਈਏ। ਸਾਡਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਅਸੀਂ ਆਪਣੇ ਗੁਰੂ ਧਾਮਾਂ ਵਾਸਤੇ, ਅਸੀਂ ਆਪਣੇ ਗੁਰੂ ਘਰਾਂ ਵਾਸਤੇ ਅਸੀਂ ਜੀ ਜਾਨ ਨਾਲ ਉਹਨਾਂ ਦੀ ਰੱਖਿਆ ਵੀ ਕਰਦੇ ਹਾਂ। ਸਾਡੀ ਜਿੰਦ ਜਾਨ ਨਾਲੋਂ ਜਿਹੜੇ ਗੁਰਦੁਆਰੇ ਸਾਹਿਬ ਆ ਸਾਨੂੰ ਪਿਆਰੇ ਨੇ ਔਰ ਪਿਆਰੇ ਰਹੇ ਔਰ ਗਾਂਹ ਵੀ ਰਹਿਣੇ ਆ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸੇ ਨੇ ਕੋਸ਼ਿਸ਼ ਕੀਤੀ, ਕੋਈ ਹਿੰਮਤ ਕੀਤੀ ਤਾਂ ਉਹਦਾ ਜਵਾਬ ਜਿਹੜਾ ਉਹੀ ਮਿਲੇਗਾ ਜਿਹੜਾ 5 ਤਰੀਕ ਦੀ ਰਾਤ ਨੂੰ ਜਾਂ 5 ਤਰੀਕ ਨੂੰ ਦਿਨ ਦੇ ਟਾਈਮ ਜਾਂ 5 ਤਰੀਕ ਦੀ ਰਾਤ ਨੂੰ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਸਾਥੀਆਂ ਨੇ ਕੀਤਾ ਆਰਮੀ ਵਾਲਿਆਂ ਦਾ, ਉਹੀ ਹਾਲ ਇੰਦਰਾ ਗਾਂਧੀ ਨੇ ਵੀ ਜਿਹੜਾ ਉਹ ਅਟੈਕ ਕਰਵਾ ਕੇ ਦੇਖ ਲਿਆ ਵੀ ਉਹਦੇ ਜਿਹੜੀਆਂ ਇਹਨਾਂ ਸਿੱਖਾਂ ਦੀਆਂ ਭਾਵਨਾਵਾਂ ਕੀ ਆ, ਗੁਰਦੁਆਰਿਆਂ ਪ੍ਰਤੀ ਜਿਹੜੀਆਂ ਭਾਵਨਾਵਾਂ ਉਹ ਕੀ ਨੇ, ਉਹ ਸਾਰਾ ਜੱਗ ਜਾਣ ਗਿਆ। ਜਿਹੜਾ ਇਹਨਾਂ ਦਾ ਕਮਾਂਡਰ ਸੀਗਾ ਉਹਨੇ ਵੀ ਆਪਣੀ ਇੱਕ ਕਿਤਾਬ ਦੇ ਵਿੱਚ ਕਾਫੀ ਕੁਝ ਲਿਖਿਆ, ਬੜੀ ਪ੍ਰੇਜ਼ ਕੀਤੀ ਗਈ ਆ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਔਰ ਜਨਰਲ ਸੁਬੇਗ ਸਿੰਘ ਦੀ, ਭਾਈ ਅਮਰੀਕ ਸਿੰਘ ਦੀ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ ਲੜਨ ਵਾਲੇ, ਉਹਨਾਂ ਦੇ ਲੜਾਈ ਢੰਗਾਂ ਦੀ। ਔਰ ਉਹਨੇ ਗਿਣਤੀ ਵੀ ਆਪਣੀ ਵੀ ਦੱਸੀ ਆ ਅਤੇ ਜਿਹੜੀ ਪਬਲਿਕ ਮਾਰੀ ਗਈ ਉਹਦੀ ਵੀ ਕਾਫੀ ਗਿਣਤੀ ਦੱਸੀ ਆ ਉਹਨੇ। ਸਾਡੀ ਗਿਣਤੀ ਅਨੁਸਾਰ 14-15 ਹਜ਼ਾਰ ਜਿਹੜੀ ਆਰਮੀ ਮਾਰੀ ਗਈ ਹੋਏਗੀ ਔਰ ਲਗਭਗ 20,000 ਬੰਦਾ ਜਿਹੜਾ ਉਹ ਬਾਰੀ ਸ਼ਰਧਾਲੂ ਮਾਰੇ ਗਏ ਹੋਣਗੇ। ਫਿਰ ਵੇਖਿਆ ਜਦੋਂ ਅਸੀਂ 5 ਤਰੀਕ ਦੀ ਰਾਤ ਉਹ ਖਤਮ ਹੋਣ ਲੱਗੀ ਆ, ਚਾਨਣਾ ਚੜ੍ਹਨਾ ਸੀਗਾ 5 ਵਜੇ ਕੋਈ ਲਗਭਗ, ਇਹਨਾਂ ਦਿਨਾਂ ਦੇ ਵਿੱਚ ਉਹ ਸੂਰਜ ਨਿਕਲ ਆਉਂਦਾ, ਚਾਨਣ ਜਿਹਾ ਹੋਣਾ ਸ਼ੁਰੂ ਹੋ ਜਾਂਦਾ। ਅਸੀਂ ਕੋਈ 3:30-4 ਵਜੇ ਫਿਰ ਉਹ ਅਸੀਂ ਜਿਹੜੀ ਇਸ ਤੋਂ ਪਹਿਲਾਂ ਮੈਂ ਦੱਸ ਲਵਾਂ ਜਿਹੜੀ ਨਵੀਂ ਡਿਓੜੀ ਆ ਨਾ, ਨਵੀਂ ਡਿਓੜੀ ਦੇ ਵਿੱਚ 7-8 ਬੰਦੇ ਹੋਰ ਹੁੰਦੇ ਆ। ਉੱਥੇ ਜਰਨੈਲ ਸਿੰਘ ਬੂ, ਸੁਖਦੇਵ ਸਿੰਘ ਭੱਠਲ, ਗੋਪਾਲ ਸਿੰਘ ਸ਼ਹੀਦ, ਬੂਆ ਸਿੰਘ, ਬਾਬਾ ਰਣਧੀਰ ਸਿੰਘ ਮਹਾਂਕਾਲ, ਹੋਰ 6-7-8 ਬੰਦੇ ਜਿਹੜੇ ਸਾਰੇ ਆ ਨਾ ਸਾਡੇ ਕੋਲ ਆ ਜਾਂਦੇ ਆ। ਅਸੀਂ 8 ਜਾਣੇ ਪਹਿਲਾਂ ਹੀ ਆਲਰੇਡੀ ਹੁੰਦੇ ਹਾਂ, 7-8 ਜਾਣੇ ਇਹ ਆ ਕੇ ਹੋ ਜਾਂਦੇ, ਅਸੀਂ 15-16 ਜਾਣੇ ਹੋ ਜਾਂਦੇ ਹਾਂ। ਉਹ ਜਿਹੜਾ ਘਮਸਾਨ ਦਾ ਯੁੱਧ ਜਿਹੜਾ ਫਿਰ ਚੱਲਦਾ ਨਾ, ਉਹ ਤਾਂ ਮੈਂ ਜਾਣਦਾ ਜਾਂ ਮੇਰਾ ਦਿਲ ਜਾਣਦਾ ਵੀ ਉਹ ਰਾਤ ਅੱਜ ਵੀ ਨਹੀਂ, ਭਾਵੇਂ 36-37 ਸਾਲ ਹੋ ਗਏ ਗੱਲ ਨੂੰ ਬੀਤੇ ਨੂੰ, ਪਰ ਜੋ ਕੁਛ ਜਿਹੜਾ ਮੰਜ਼ਰ ਦੇਖਿਆ ਗਿਆ ਉਹ ਅੱਖਾਂ ਦੇ ਸਾਹਮਣੇ, ਉਹ ਨਾ ਕਦੀ ਭੁੱਲਿਆ ਨਾ ਭੁੱਲਣਾ। ਉਹ ਤਾਂ ਉਦੋਂ ਹੀ ਭੁੱਲਣਾ ਜਦੋਂ ਅਸੀਂ ਇਸ ਜਹਾਨ ਤੋਂ ਕੂਚ ਕਰ ਗਏ। ਜਿਵੇਂ ਤੁਸੀਂ ਕਿਹਾ ਕਿ ਜਦੋਂ ਚੱਲਿਆ ਫਿਰ ਤੁਹਾਨੂੰ ਵੀ ਰੋਸ ਜਾਗਿਆ, ਫਿਰ ਕੀ ਤੁਸੀਂ ਜਵਾਬੀ ਕਾਰਵਾਈ ਤੁਸੀਂ ਕੀਤਾ? ਬਿਲਕੁਲ ਜੀ, ਬਿਲਕੁਲ। ਜੋ ਅਸੀਂ ਕਰ ਸਕਦੇ ਸੀ ਅਸੀਂ ਵੀ ਕੀਤਾ, ਜੋ ਉਹਨਾਂ ਨੇ ਕਰ ਸਕਣਾ ਸੀ ਉਹਨਾਂ ਨੇ ਵੀ ਕੀਤਾ। ਤੁਹਾਡੇ ਕੋਲ ਹਥਿਆਰ ਸੀ ਉਦੋਂ ਮਤਲਬ, ਜਾਂ ਉਹੀ ਜਿਹੜੇ ਟਰੰਕ ਵਾਲੇ ਸੀ? ਹੈ ਜਿਹੜੇ ਹਥਿਆਰ ਸੀ ਜਿਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਨਾ, ਉਹ ਕੰਮ ਕਰਦੇ ਸੀਗੇ, ਚਲਾਉਂਦੇ ਪਏ ਸੀਗੇ। ਅਸੀਂ ਤਾਂ ਜੋ ਸਾਡੇ ਕੋਲ ਹੋ ਸਕਿਆ ਅਸੀਂ ਵੀ ਸੇਵਾ ਪਾਣੀ ਕੀਤੀ ਹੈ। ਮਹਿੰਦਰ ਸਿੰਘ ਫੌਜੀ ਸੀਗਾ ਆਰਮੀ ਦਾ, ਆਰਮੀ 'ਚੋਂ ਰਿਟਾਇਰ ਹੋ ਕੇ ਆਇਆ ਸੀ, ਉਹ ਵੀ ਸੰਤਾਂ ਦੇ ਨਾਲ ਹੀ ਸਾਡੇ ਇਸੇ ਮੋਰਚੇ ਦੇ ਵਿੱਚ ਸੀਗਾ, ਬੜੀ ਫਾਇਰਿੰਗ ਕਰ ਰਿਹਾ ਸੀਗਾ। ਔਰ ਮੈਂ ਲਾਗੇ ਉਹਦੇ ਮੈਗਜ਼ੀਨ ਭਰ ਕੇ ਦੇ ਰਿਹਾ ਸੀ। ਮੇਰੇ ਸਿਰ ਦੇ ਉੱਤੋਂ ਦੀ ਗੋਲੀਆਂ ਲੰਘ ਕੇ ਪਿਛਲੀ ਕੰਧ 'ਤੇ ਵੱਜ ਰਹੀਆਂ ਸੀ। ਔਰ ਜਦੋਂ ਖੜਾਕ ਹੋਇਆ ਉਹਨੇ ਮੈਨੂੰ ਆਵਾਜ਼ ਦੇ ਕੇ ਆਖੀ, ਉਹ ਬੈਠ ਜਾ ਵੀ ਭਾਈ ਗੁਰਮੁਖਾ ਬੈਠ ਜਾ, ਥੱਲੇ ਸਿਰ ਥੱਲੇ ਕਰ ਲਾ, ਤੂੰ ਨਿਸ਼ਾਨਾ ਬਣ ਰਿਹਾ। ਔਰ ਮੈਨੂੰ ਜਦੋਂ ਉਹਨੇ ਥੋੜ੍ਹਾ ਜਿਹਾ ਹੋਰ ਲਹਿਜੇ ਵਿੱਚ ਕਿਹਾ, ਫਿਰ ਮੈਂ ਥੱਲੇ ਲੰਮੇ ਪਿਆ। ਪਹਿਲਾਂ ਮੈਂ ਗੁੱਡਿਆਂ ਭਾਰਨ ਬੈਠਾ ਸੀਗਾ, ਫਿਰ ਮੈਨੂੰ ਲੰਮੇ ਪੈਣ ਲਈ ਮਜਬੂਰ ਹੋਣਾ ਪਿਆ ਵੀ ਮੈਂ ਕਿਤੇ ਨਿਸ਼ਾਨਾ ਨਾ ਬਣ ਜਾਵਾਂ। ਖੈਰ ਉਹ ਸਾਰੀ ਰਾਤ ਜਿਹੜੀ ਹੈ ਫਿਰ ਉਹ ਗੋਲੀ ਸਿੱਕਾ ਚੱਲਦਾ ਰਿਹਾ, ਲੋਕ ਮਰਦੇ ਰਹੇ, ਆਰਮੀ ਮਰਦੀ ਰਹੀ, ਬੰਦਿਆਂ ਦਾ ਰੀਸ਼ਿਫਲ ਇੱਧਰ ਉੱਧਰ ਹੁੰਦਾ ਰਿਹਾ ਸਾਰਾ ਕੁਛ। ਅਸੀਂ ਫਿਰ ਉਹ ਜਿਹੜਾ ਸਾਰਾ ਮੋਰਚਾ ਵੀ ਜਦੋਂ ਟੈਂਕਾਂ ਦਾ ਜਵਾਬ ਦੇਣ ਵਾਸਤੇ, ਇਹ ਸਾਰੇ ਬੰਦੇ ਜਿਹੜੇ ਸੀ ਲੜਨ ਵਾਲੇ ਬੰਦੇ ਸੀ, ਉਹ ਡਿਮੋਰਲਾਈਜ਼ ਹੋ ਗਏ ਸਾਰੇ ਵੀ ਹੁਣ ਆਪਾਂ ਇਹਨਾਂ ਟੈਂਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਸਾਨੂੰ ਇਹ ਬਿਲਡਿੰਗ ਛੱਡ ਦੇਣੀ ਚਾਹੀਦੀ ਆ। ਜੇ ਕਿਸਮਤ ਰਹੀ ਜਿਉਂਦੇ ਬਚੇ ਤਾਂ ਵੇਖਾਂਗੇ ਕੀ ਅਗਲਾ ਪ੍ਰੋਗਰਾਮ ਹੋਣਾ।
तो ਛੱਡੀ ਆਪਾਂ ਇਹ ਬਿਲਡਿੰਗ ਨੂੰ ਛੱਡੀਏ ਤੇ ਨਿਕਲੀਏ। ਸੋ ਅਸੀਂ ਲਾਗਲੇ ਘਰਾਂ ਚਲੇ ਗਏ। ਅਸੀਂ 16 ਬੰਦੇ ਸੀਗੇ। ਲਾਗਲੇ ਘਰਾਂ ਦੇ ਲੋਕ ਲਾਗੇ ਲਾਗੇ ਸਾਰੇ ਇਕੱਠੇ ਹੋ ਕੇ ਇੱਕ ਥਾਂ ਬੈਠੇ ਸੀਗੇ। ਲਗਭਗ ਨੀਅਰ ਅਬਾਊਟ 200-250 ਬੰਦਾ ਹੋਣਾ, ਇਨਕਲੂਡਿੰਗ ਸਾਡੇ ਜਿਹੜੇ 16 ਬੰਦੇ। ਆਰਮੀ ਵਾਲੇ, BSF ਵਾਲੇ, CRPF ਸਾਰੀਆਂ ਫੋਰਸਾਂ ਇਕੱਠੀਆਂ ਸੀਗੀਆਂ। ਇਹਨਾਂ ਨੇ ਆਪਣੇ ਆਪ ਨੂੰ ਡਿਊਟੀਆਂ 'ਚ ਵੰਡਿਆ ਸੀ ਵੀ ਇਹਨਾਂ ਦੀ ਕਿਹੜੀ ਡਿਊਟੀ ਹੈ, ਇਹਨਾਂ ਦੀ ਕਿਹੜੀ ਡਿਊਟੀ ਆ। ਜਿਹੜੇ ਬੰਦੇ ਰੈਸਟ ਹੋ ਕੇ ਆ ਰਹੇ ਨੇ ਉਹਨਾਂ ਨੂੰ ਕਿਹਨੇ ਹੈਂਡਲ ਕਰਨਾ, ਇਹਨਾਂ ਨੂੰ ਕਿੱਥੇ ਪਹੁੰਚਾਉਣਾ, ਉਹਨਾਂ ਨੂੰ ਕਿਹੜੀ ਫੋਰਸ CRP ਵਾਲਿਆਂ ਨੂੰ ਦਿੱਤੀ ਸੀ ਸ਼ਾਇਦ। ਉਹ ਸਾਰੀ ਇਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਸੀਗਾ ਇਹਨਾਂ ਦਾ। ਸੋ ਉਹ ਜਿਹੜਾ 200-250 ਬੰਦਾ ਸੀਗਾ ਨਾ, ਉਹਨਾਂ ਦੇ ਵਿੱਚੋਂ ਜਾਣ ਪਛਾਣ ਹੋਣੀ ਸੀ ਵੀ ਇਹਨਾਂ ਦੇ ਵਿੱਚੋਂ ਸੰਤ ਭਿੰਡਰਾਂ ਵਾਲੇ ਦੇ ਬੰਦੇ ਕਿਹੜੇ ਆ ਜਿਹੜੇ ਅੰਦਰੋਂ ਲੜਦੇ ਆ ਰਹੇ ਨੇ, ਉਹ ਕਿਹੜੇ ਕਿਹੜੇ ਬੰਦੇ ਆ। ਇੱਕ ਘਰ ਸੀਗਾ, ਘਰ ਦੇ ਵਿੱਚ ਗਲੀ ਦੇ ਵਿੱਚ ਕਾਠੀਆਂ ਵਾਲਾ ਬਾਜ਼ਾਰ ਸੀਗਾ, ਉਹਦੇ ਵਿੱਚ ਸਾਨੂੰ ਬਿਠਾਇਆ ਸੀਗਾ। ਲਾਈਨਾਂ ਦੇ ਵਿੱਚ ਲੰਘਾ ਰਹੇ ਸੀ ਸਾਨੂੰ। ਔਰ ਜਿਹੜਾ ਸ਼ੱਕੀ ਬੰਦਾ ਉਹਨਾਂ ਦੀਆਂ ਨਜ਼ਰਾਂ ਵਿੱਚ ਹੁੰਦਾ ਸੀਗਾ, ਉਹ ਬਾਹਰ ਕੱਢ ਕੇ ਬਿਠਾ ਲੈਂਦੇ। ਅਸੀਂ ਕੀ ਦੇਖਦੇ ਹਾਂ ਕਿ ਅੰਦਰਲੇ ਪਾਸੇ 2 ਅਖਬਾਰਾਂ ਲੱਗੀਆਂ ਨੇ, ਉਹਨਾਂ ਦੇ ਵਿੱਚ 2 ਮੋਰੀਆਂ ਆਈਆਂ ਨੇ। ਉਹਨਾਂ ਮੋਰੀਆਂ ਦੇ ਵਿੱਚੋਂ 2 ਅੱਖਾਂ ਸਾਨੂੰ ਵੇਖ ਰਹੀਆਂ ਨੇ, ਸਾਡੀ ਪਛਾਣ ਕਰ ਰਹੀਆਂ। ਅਸੀਂ ਉਹ ਜਿਹੜੇ 200-250 ਬੰਦੇ ਦੇ ਵਿੱਚੋਂ 16 ਬੰਦੇ ਸੀਗੇ, ਉਹ ਪੂਰਾ ਮੱਖਣੀ ਦੇ ਵਿੱਚੋਂ ਵਾਲ ਕੱਢਣ ਵਾਂਗੂ ਉਹ 16 ਦੇ 16 ਹੀ ਕੱਢ ਕੇ ਬਾਹਰ ਬਿਠਾ ਦਿੱਤੇ ਗਏ। ਔਰ ਉਹਨਾਂ ਨੂੰ ਬਾਹਰ ਬਿਠਾ ਕੇ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਉਹਨਾਂ ਨੂੰ ਫਿਰ ਡੰਡਿਆਂ ਨਾਲ ਕੱਟਿਆ ਵਾਵਾ ਉਹਨਾਂ ਨੂੰ ਸਾਰਿਆਂ ਨੂੰ, ਇਨਕਲੂਡਿੰਗ ਮੀ, ਮੇਰੇ ਸਮੇਤ। ਫਿਰ ਸਾਡੇ ਵਿੱਚੋਂ 2 ਬੰਦੇ ਠਾਏ, ਇੱਕ ਸੁਖਦੇਵ ਸਿੰਘ ਪੱਠਲ, ਇੱਕ ਅਮਰੀਕ ਸਿੰਘ ਹਰਦੋ ਸੰਨੀਆਂ ਦਾ, ਉਹਨੂੰ ਕਮਾਂਡੋ ਉਹਨੂੰ ਕਿਹਾ ਜਾਂਦਾ ਸੀਗਾ। ਔਰ 50 ਫੁੱਟ ਦੀ ਦੂਰੀ 'ਤੇ ਲਿਜਾ ਕੇ ਉਹਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਦੋਨਾਂ ਨੂੰ ਗੋਲੀਆਂ ਮਾਰ ਕੇ ਸਾਡੇ ਸਾਹਮਣੇ ਮਾਰ ਦਿੱਤਾ। 2 ਬੰਦੇ ਫਿਰ ਉਠਾਏ, ਉਹਨਾਂ ਦੇ ਨਾਂ ਨਹੀਂ ਮੈਨੂੰ ਪਤਾ ਕੀ ਸੀ ਉਹਨਾਂ ਨੂੰ ਵੀ ਮਾਰ ਦਿੱਤਾ। 2 ਬੰਦੇ ਫਿਰ ਉਠਾਏ, ਉਹਨਾਂ ਨੂੰ ਵੀ ਮਾਰਤਾ। 6 ਬੰਦੇ ਮਾਰਤੇ, ਰਹਿ ਗਏ ਸੀ 10। 10 ਵਿੱਚੋਂ ਇੱਕ ਗੋਪਾਲ ਸਿੰਘ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਬਹੁਤ ਹੀ ਬੇਹੱਦ ਕਰੀਬੀ ਬੰਦਾ ਸੀਗਾ। ਉਹ ਗੋਪਾਲ ਸਿੰਘ ਸੀ, ਅਜੇ ਵੀ ਜਿਉਂਦਾ ਆ, ਮੇਤੇ ਨੂੰ ਬਿਲੋਂਗ ਕਰਦਾ। ਔਰ ਉਹ ਉੱਥੇ ਅਮਰੀਕਾ 'ਚ ਅੱਜ ਕਰ ਰਿਹਾ ਵਾ। ਉਹਨੂੰ ਸਾਡੇ ਵਿੱਚੋਂ ਉਠਾ ਕੇ ਲੈ ਗਏ, ਸਾਡੇ 10 ਦੇ ਵਿੱਚੋਂ। ਔਰ 1 ਘੰਟੇ ਬਾਅਦ ਉਹਨੂੰ ਫਿਰ ਉੱਥੇ ਲੈ ਆਏ। ਉਹ ਪਤਾ ਨਹੀਂ ਗਾਡ ਨੋਜ਼ ਵੀ ਉਹਦੇ ਨਾਲ ਉਹ ਦੱਸਿਆ, ਉਹਨੂੰ ਪੁੱਛਿਆ ਉਹਨੇ ਕੀ ਕੀਤਾ, ਇਹ ਸਾਨੂੰ ਨਹੀਂ ਪਤਾ ਨਾ। ਉਹਨੇ ਸਾਨੂੰ ਕਦੀ ਮੁੜ ਕੇ ਬਾਅਦ 'ਚ ਦੱਸਿਆ ਹੀ ਆ। ਫਿਰ ਸਾਡੇ ਵਿੱਚੋਂ 10 ਵਿੱਚੋਂ ਫਿਰ 2 ਜਣੇ ਉਠਾਏ, ਇੱਕ ਮੈਨੂੰ ਅਤੇ ਇੱਕ ਮਿਹਰਬਾਨ ਸਿੰਘ ਪੁਤਲੀ ਘਰ, ਉਹ ਵੀ ਅਜੇ ਜਿਉਂਦਾ ਆ। ਸਾਨੂੰ ਉਠਾ ਕੇ ਲੈ ਕੇ ਚੱਲੇ ਆ ਗੋਲੀਆਂ ਮਾਰਨ ਵਾਸਤੇ। 2 ਆਰਮੀ ਦੇ ਅਫਸਰ ਆਉਂਦੇ ਆ, ਯੂਨੀਫਾਰਮ ਉਹਨਾਂ ਪਾਈ ਆ। ਉਹਨਾਂ ਵਿੱਚੋਂ ਇੱਕ ਸਰਦਾਰ ਹੈ, ਇੱਕ ਮੁਸਲਮਾਨ ਆ। ਮੁਸਲਮਾਨ ਇਸ ਕਰਕੇ ਸਾਨੂੰ ਪਤਾ ਲੱਗਾ ਵੀ ਉਹਨੇ ਗੁੱਟ 'ਤੇ ਉਹ ਚਾਂਦੀ ਜੀ ਦਾ ਬਰੈਸਲੇਟ ਪਾਇਆ ਸੀ, ਔਰ ਉਹਦੇ ਉੱਤੇ ਕੋਈ ਉਰਦੂ 'ਚ ਲਿਖਿਆ ਹੋਇਆ ਸੀਗਾ। ਉਰਦੂ 'ਚ ਕੀ ਲਿਖਿਆ ਸੀ ਸਾਨੂੰ ਨਹੀਂ ਪਤਾ, ਪਰ ਉਰਦੂ 'ਚ ਜੋ ਲਿਖਿਆ ਸੀਗਾ ਉਹ ਤੋਂ ਮੈਂ ਸਮਝਦਾ ਸੀ ਵੀ ਉਹ ਇੱਕ ਮੁਸਲਮਾਨ ਅਫਸਰ ਸੀਗਾ। ਉਹਨੇ ਪੁੱਛਿਆ ਵੀ इन लोगों को कहाँ, हिंदी बोलता ਸੀਗਾ, इन लोगों को कहाँ लेकर जा रहे हो। ਕਹਿੰਦਾ ਉਹ ਗਾਲ ਕੱਢ ਕੇ ਬੈਂਚ, ਉਦੋਂ ਉਹਨੇ ਹਮਾਰੇ ਬਹੁਤ ਨੁਕਸਾਨ ਕੀਤਾ, इनको शूट करना है। ਔਰ ਉਹ ਮੁੜ ਕੇ ਫਿਰ ਬਹਿਸ ਚੱਲ ਪਈ। ਜਿਹੜਾ ਸਰਦਾਰ ਸੀਗਾ ਆਰਮੀ ਅਫਸਰ, ਉਹਨੇ ਤਾਂ ਇੱਕ ਲਫ਼ਜ਼ ਵੀ ਉਹਦੇ ਮੂੰਹ 'ਚੋਂ ਨਹੀਂ ਨਿਕਲ ਸਕਿਆ ਵੀ ਇਹਨਾਂ ਨੂੰ ਨਹੀਂ ਮਾਰਨਾ, ਫਲਾਣਾ ਕਿਹਾ। ਪਰ ਜਿਹੜਾ ਮੁਸਲਮਾਨ ਸੀਗਾ, ਉਹਨੇ ਬੜੀ ਜਿਰਾ ਕਰਕੇ, ਉਹਨੇ ਬੜੀ ਬਹਿਸ ਕਰਕੇ ਉਹਨੇ ਆਖਿਆ ਵੀ ਨਹੀਂ, इन लोगों को ਮਾਰਨਾ ਨਹੀਂ ਹੈ। ਔਰ ਉਹ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਸੀ, ਉਹ ਇਸ ਗੱਲ 'ਤੇ ਵਜਿਦ ਸੀ ਕਿ ਅਸੀਂ ਇਹਨਾਂ ਨੂੰ ਸ਼ੂਟ ਕਰਨਾ, ਇਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ। ਖੈਰ ਉਹ ਅਫਸਰ ਤੇ ਅਫਸਰ ਹੁੰਦਾ, ਉਹਨੇ ऑर्डर किया भी दिस इज माई लास्ट ऑर्डर, इन लोगों को मारना नहीं है, शूट नहीं करना, इनको बंदी बनाओ, इनका नाम नोट करो, इनका एड्रेस नोट करो, इनको बंदी बनाओ, बाद में देखेंगे इनका क्या करना। सो उस मुसलमान ने सानू बचाया, ਜਾਂ ਸਾਡੇ ਬਾਕੀ ਬੰਦਿਆਂ ਨੂੰ ਬਚਾਇਆ। नहीं तो जो शायद ना आउंदा तो सानू भी मार देना ਜਾਂ होरनां ਨੂੰ ਹੋਰ मार देंदे। ਉਹ ਫਿਰ ਸਾਨੂੰ ਇੱਥੇ ਕਤਵਾਲੀ ਪੁਲਿਸ ਸਟੇਸ਼ਨ ਲਿਆਂਦਾ।
ਪੰਜਾਬ ਪੁਲਿਸ ਦੀ ਜਿਹੜੀ ਹਮਦਰਦੀ ਸੀ ਸਾਡੇ ਨਾਲ ਬਹੁਤ ਹੀ ਵੱਜੀ ਸੀ, ਬਹੁਤ। ਉਹਨਾਂ ਦੇ ਹੱਥ ਵੱਸ ਵੀ ਕੁਛ ਨਹੀਂ, ਕਿਉਂਕਿ ਜਿਹੜੇ ਥਾਣਿਆਂ ਦਾ ਸਾਰਾ ਕੰਟਰੋਲ ਸੀ ਉਹ ਆਰਮੀ ਵਾਲਿਆਂ ਨੇ ਲੈ ਲਿਆ ਸੀਗਾ, ਔਰ ਉਹਨਾਂ ਕੋਲ ਸਿਰਫ ਡੰਡੇ ਛੋਟੇ ਰਹਿ ਗਏ ਸੀ ਜਾਂ ਕੁਛ ਨਹੀਂ। ਪਰ ਉਹਨਾਂ ਦੀ ਹਮਦਰਦੀ ਜ਼ਰੂਰ ਸਾਡੇ ਨਾਲ ਸੀਗੀ। ਇਹ ਜਿਹੜਾ ਆਪਰੇਸ਼ਨ ਬਲੂ ਸਟਾਰ ਕੀਤਾ, ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਸਰਕਾਰ ਨੇ ਜ਼ਿਆਦਤੀ ਕੀਤੀ ਹੈ। ਸੋ ਮੁੜ ਕੇ ਸਾਨੂੰ ਉੱਥੋਂ ਕੋਤਵਾਲੀ ਤੋਂ ਸ਼ਾਮ ਨੂੰ ਲੈ ਕੇ ਚੱਲੇ, ਜਦੋਂ ਮੈਂ ਆਪਣੀਆਂ ਅੱਖਾਂ ਦੇ ਨਾਲ ਉਹ ਪੁਲਿਸ ਵਾਲੇ ਵੇਖੇ ਆ, ਰੋਂਦੇ ਵੇਖੇ ਆ ਵੀ ਉਹਨਾਂ ਦੀ ਜਿਹੜੀ ਭਾਵਨਾ ਸੀ, ਸ਼ਾਇਦ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਚੱਲੇ, ਮਾਰਨ ਵਾਸਤੇ ਲੈ ਕੇ ਚੱਲੇ ਆ। ਸਾਡੇ ਵਿੱਚ ਜਰਨੈਲ ਸਬੂ ਵੀ ਬੈਠਾ ਸੀ, ਸਾਡੇ ਵਿੱਚ ਉਹ ਜਨਰਲ ਲਾਭ ਸਿੰਘ ਉਹ ਵੀ ਬੈਠਾ ਸੀਗਾ। ਪਰ ਸਾਡੀ ਕਿਸਮਤ ਸਾਨੂੰ ਜਿਉਂਦਿਆਂ ਰੱਖ ਰਹੀ ਸੀ। ਜਨਰਲ ਲਾਭ ਸਿੰਘ ਅਕਾਲ ਤਖਤ ਤੇ ਨਹੀਂ ਸੀ? ਉਹ ਅਕਾਲ ਤਖਤ ਸਾਹਿਬ ਤੋਂ ਛੱਡ ਕੇ ਤੇ ਆ ਗਿਆ ਸੀਗਾ। ਸੰਤਾਂ ਨੇ ਉਹਨੂੰ ਆਖਿਆ, ਸੰਤਾਂ ਨੇ ਇਹਨੂੰ ਬਲਵਿੰਦਰ ਸਿੰਘ ਫੌਜੀਪੁਰ ਨੂੰ, ਜਨਰਲ ਲਾਭ ਸਿੰਘ ਨੂੰ, ਤੇ ਤੁਸੀਂ ਬਾਹਰ ਨਿਕਲ ਜਾਓ ਤੇ ਸਾਡੇ ਨਾਲ ਨਹੀਂ ਰਹਿਣਾ। ਫਿਰ ਸਾਨੂੰ ਉੱਥੋਂ ਲੈ ਕੇ ਸ਼ਾਮ ਨੂੰ ਉਸੇ 6 ਤਰੀਕ ਦੀ ਸ਼ਾਮਾਂ ਜਿਹੀਆਂ ਨੂੰ ਕੈਂਪਾਂ ਦੇ, ਆਰਮੀ ਕੈਂਪਾਂ ਦੇ ਵਿੱਚ ਲੈ ਗਏ। ਉੱਥੇ ਫਿਰ 2 ਮਹੀਨੇ ਰੱਖਿਆ ਸਾਨੂੰ, ਤੇ ਨਾਭੇ ਜੇਲ੍ਹ। ਆਰਮੀ ਕੈਂਪਾਂ 'ਚ ਵੀ ਤੰਗ ਕੀਤਾ? ਹਾਂਜੀ ਹਾਂਜੀ, ਬੜੀ ਕੁੱਟਮਾਰ ਉੱਥੇ ਚੱਲਦੀ ਰਹੀ, ਬੜੀ। ਉੱਥੇ ਵੀ ਇਹਨਾਂ ਨੇ ਨਜਾਇਜ਼ ਬੜੇ, ਆਰਮੀ ਵਾਲੇ ਮੁੰਡੇ ਬੜੇ, ਬਹੁਤ ਬੇਹੱਦ ਮੁੰਡੇ ਮਾਰੇ ਉੱਥੇ, ਨਜਾਇਜ਼ ਵੀ ਮਾਰੇ। ਉੱਥੇ ਆਰਮੀ ਕੈਂਪ 'ਚ ਵੀ ਮਾਰਦੇ ਰਹੇ? ਹਾਂਜੀ ਹਾਂਜੀ, ਆਰਮੀ ਕੈਂਪ 'ਚ ਬੜੇ ਮੁੰਡੇ ਮਾਰੇ ਇਹਨਾਂ, ਬਹੁਤ ਮਾਰੇ ਇਹਨਾਂ ਨੇ। ਉੱਥੇ ਤੇ ਪੀਣ ਵਾਸਤੇ ਪਾਣੀ ਨਹੀਂ, ਛੋਟੇ ਜਿਹੇ ਕਮਰੇ ਦੇ ਵਿੱਚ, ਜਿੱਥੇ ਇੱਕ ਜਿਹੜੇ ਕਮਰੇ ਦੇ ਵਿੱਚ 2-3 ਬੰਦੇ ਨਹੀਂ ਸੌਂ ਸਕਦੇ, ਉੱਥੇ 15-15 20-20 ਬੰਦੇ ਉੱਥੇ ਬੈਠੇ। ਨਾ ਬੰਦਾ ਲੰਮਾ ਪੈਣ ਜੋਗਾ, ਨਾ ਉਹ ਬਹਿਣ ਜੋਗਾ ਹੀ ਸੀਗਾ। ਗਰਮੀਆਂ ਦੇ ਦਿਨ, ਗਰਮੀ ਬੜੀ, ਜੂਆਂ ਪੈ ਗਈਆਂ ਸਾਡੇ ਸਿਰਾਂ ਦੇ ਵਿੱਚ। ਖੈਰ ਇੱਥੇ 2-2.5 ਮਹੀਨੇ ਰੱਖਿਆ ਸਾਨੂੰ, ਮੁੜ ਕੇ ਨਾਭੇ ਜੇਲ੍ਹ 'ਚ ਲੈ ਗਏ। ਨਾਭੇ ਜੇਲ੍ਹ 'ਚ ਫਿਰ ਸਾਨੂੰ ਖੁੱਲ੍ਹੀ ਜਗ੍ਹਾ ਤਾਂ ਥੋੜ੍ਹੀ ਮਿਲੀ, ਥੋੜ੍ਹੀ ਨਹਾਉਣ ਵਾਸਤੇ ਮਿਲ ਗਿਆ, ਜਾਂ ਸਾਡੇ ਕੋਲ ਲੀੜੇ ਕੱਪੜੇ ਨਹੀਂ, ਲੀੜੇ ਕੱਪੜੇ ਦਿੱਤੇ ਸਾਨੂੰ ਆਏ ਸ਼੍ਰੋਮਣੀ ਕਮੇਟੀ ਦੇ ਰਾਹੀਂ, ਜਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਥੇ ਕੁਝ ਸਮਾਨ ਭੇਜਿਆ ਸੀ, ਕੋਈ ਲੀੜੇ ਕੱਪੜੇ ਭੇਜੇ ਸੀ, ਉਹ ਵੀ ਸਾਨੂੰ, ਅਸੀਂ ਉਹਦਾ ਅਹਿਸਾਨ ਨਹੀਂ ਭੁੱਲਦੇ, ਦਿੱਤੇ ਸਾਨੂੰ ਉਹਨਾਂ ਨੇ। ਫਿਰ ਉੱਥੋਂ ਫਿਰ ਸਾਰੇ ਬੰਦਿਆਂ ਦੀ ਛਾਣਬੀਣ ਕਰਕੇ 379 ਬੰਦੇ ਜਿਹੜੇ ਸੀ ਉਹਨਾਂ 'ਤੇ ਕੇਸ ਪਾ ਕੇ ਵੇਜਿੰਗ ਵਾਰ ਦਾ ਕੇਸ ਪਾ ਕੇ ਸਾਨੂੰ ਜੋਧਪੁਰ ਜੇਲ੍ਹ 'ਚ ਲੈ ਗਏ। 379 ਬੰਦਿਆਂ 'ਤੇ ਕੇਸ ਪਾਇਆ, ਔਰ 13 ਬੰਦੇ ਉਹਦੇ ਵਿੱਚੋਂ ਭਗੌੜੇ ਕਰਾਰ ਦਿੱਤੇ ਗਏ। 364 ਬੰਦੇ ਜੋਧਪੁਰ ਜੇਲ੍ਹ 'ਚ ਰਹੇ। ਇੱਕ ਬੰਦਾ ਜੋਧਪੁਰ ਜੇਲ੍ਹ 'ਚ ਮਰ ਗਿਆ ਸੀ, ਬਾਕੀ ਬੰਦੇ ਗਰੁੱਪ ਵਾਈਜ਼ ਰਿਹਾ ਹੁੰਦੇ ਰਹੇ। ਜਿਹੜਾ ਲਾਸਟ ਗਰੁੱਪ ਸੀਗਾ ਉਹਦੇ ਵਿੱਚ ਮੈਂ ਵੀ ਲਾਸਟ ਗਰੁੱਪ ਦੇ ਵਿੱਚ ਆਇਆ। ਭਾਈ ਮਨਜੀਤ ਸਿੰਘ ਜਾਂ ਹਰਮਿੰਦਰ ਸੰਧੂ ਜਾਂ ਜਿਹੜੇ ਹੋਰ ਜਿਹੜੇ ਮੇਨ ਬੰਦੇ ਸੀਗੇ, ਉਹ ਸਾਰੇ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ ਸਾਨੂੰ ਉੱਥੋਂ ਜੋਧਪੁਰ ਜੇਲ੍ਹ 'ਚੋਂ 24 ਅਪ੍ਰੈਲ ਸ਼ਾਇਦ ਸੀਗੀ, 24 ਅਪ੍ਰੈਲ 1999 ਦੇ ਵਿੱਚ ਅਸੀਂ ਉੱਥੋਂ ਰਿਹਾ ਹੋ ਕੇ ਆਏ ਹਾਂ। ਅੱਛਾ, ਇਹ ਵੀ ਕਿਹਾ ਗਿਆ ਸੀ ਸੰਤਾਂ ਨੂੰ, ਕੁਝ ਲੋਕਾਂ ਨੇ ਸਲਾਹ ਦਿੱਤੀ ਸੀ ਵੀ ਤੁਸੀਂ ਬਾਹਰ ਚਲੇ ਜਾਓ, ਅਕਾਲ ਤਖਤ 'ਤੇ ਨਾ ਰਹੋ। ਹਾਂਜੀ, ਇਹ ਗੱਲਾਂ ਸਾਨੂੰ ਜਿਹੜੇ ਜਿਵੇਂ ਕਿ ਬਲਵਿੰਦਰ ਸਿੰਘ ਖੋਜਕੀਪੁਰ ਜਾਂ ਜਨਰਲ ਲਾਭ ਸਿੰਘ ਸੀ, ਉਹਨਾਂ ਨੇ ਸਾਨੂੰ ਦੱਸੀਆਂ ਸੀ ਵੀ ਅਸੀਂ ਸਾਡੇ 5 ਸਿੰਘਾਂ ਨੇ ਕੁਝ ਸਲਾਹ ਮਸ਼ਵਰਾ ਕਰਕੇ ਵੀ ਅਸੀਂ ਆਪਣਾ ਜਿਹੜਾ ਧਰਮ ਦੀਆਂ ਜਿਹੜੀ ਸਾਡੀਆਂ ਰਹੁ ਰੀਤਾਂ ਨੇ ਉਹਨਾਂ ਨੂੰ ਅਸੀਂ ਦੁਹਰਾਉਣਾ। ਉਹਨਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਵੀ ਆਪਾਂ ਸੰਤਾਂ ਨੂੰ ਹੁਕਮ ਕਰੀਏ ਕਿ ਤੁਸੀਂ ਅਕਾਲ ਤਖਤ ਸਾਹਿਬ ਛੱਡ ਜਾਓ, ਅਤੇ ਤੁਹਾਨੂੰ 5 ਸਿੰਘ ਹੁਕਮ ਕਰਦੇ ਆ। ਪਰ ਉਹ ਹੁਕਮ ਸੁਣਨ ਤੋਂ ਪਹਿਲਾਂ ਹੀ ਸੰਤਾਂ ਨੂੰ ਪਤਾ ਲੱਗ ਗਿਆ ਵੀ ਇਹ ਕੀ ਕਹਿਣਾ ਚਾਹੁੰਦੇ ਨੇ, ਇਹ ਕੀ ਕਰਨ ਲੱਗੇ ਆ। ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਮੈਨੂੰ ਕੋਈ ਇਹੋ ਜਿਹਾ ਹੁਕਮ ਨਾ ਛੱਡਿਓ ਵੀ ਜਿਹੜਾ ਮੈਨੂੰ ਸਾਰੀ ਉਮਰ ਮੁੜ ਕੇ ਮੈਂ ਉਸ ਗੱਲ ਦਾ ਦੇਣਦਾਰ ਬਣ ਜਾਵਾਂ ਵੀ ਮੈਂ ਇੱਥੋਂ ਅਕਾਲ ਤਖਤ ਸਾਹਿਬ ਛੱਡ ਕੇ ਚਲੇ ਜਾਵਾਂ। ਕਹਿੰਦਾ ਇਹ ਮੈਨੂੰ ਹੁਕਮ ਨਾ ਜੇ ਕਰਿਓ, ਮੈਂ ਜਾਣਾ ਜੀ, ਮੈਂ ਸ਼ਹੀਦ ਹੋਊਂਗਾ ਅਤੇ ਇੱਥੇ ਹੀ ਹੋਊਂਗਾ। ਸੋ ਇਹ ਵਿਚਾਰਧਾਰਾ ਆਈ ਸੀ ਸਿੰਘਾਂ ਦੇ ਦਿਮਾਗ ਦੇ ਵਿੱਚ ਕਿ ਉਹ, ਪਰ ਸੰਤਾਂ ਨੇ ਉਸ ਗੱਲ ਨੂੰ ਪਹਿਲਾਂ ਹੀ ਭਾਵ ਕੇ ਉਹਨੂੰ ਪ੍ਰਵਾਨ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ 36 ਸਾਲਾਂ ਬਾਅਦ ਜਦੋਂ ਤੁਸੀਂ ਦੇਖਦੇ ਹੋ 37-38 ਸਾਲ ਹੋ ਗਏ, ਕੀ ਲੱਗਦਾ ਤੁਹਾਨੂੰ? ਸੰਤ
ਜੇ ਮੈਂ ਯਾਦਵਿੰਦਰ ਜੀ, ਜੇ ਮੈਂ ਸੰਤ ਜਰਨੈਲ ਸਿੰਘ ਜੀ ਬਾਬਤ ਕੋਈ ਗੱਲ ਕਰਾਂ ਨਾ, ਉਹ ਇੱਕ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸੀਗੇ। ਉਹਨਾਂ ਦੇ ਵਿੱਚ ਕੋਈ ਹੇਰ ਫੇਰ, ਕੋਈ ਕੌਮ ਨਾਲ ਕੋਈ ਵਾਧੇ ਘਾਟੇ ਵਾਲੀ ਗੱਲ ਜਾਂ ਕਿਸੇ ਮੇਰੇ ਮੂੰਹੋਂ ਸ਼ਬਦ ਨਾ ਨਿਕਲਣ, ਜਿਹੋ ਜਿਹੀਆਂ ਗਦਾਰੀਆਂ ਇਹ ਅਕਾਲੀ ਕਰਦੇ ਰਹੇ ਨੇ। ਸੰਤਾਂ ਦੇ ਵਿੱਚ ਇਹੋ ਜਿਹੀ ਕੋਈ ਉਹਨਾਂ ਦੀ ਭਾਵਨਾ ਨਹੀਂ ਸੀ ਮੈਂ ਕਦੀ ਵੇਖੀ। ਉਹ ਇੱਕ ਸੱਚੇ ਸੁੱਚੇ ਦਮਦਮੀ ਟਕਸਾਲ ਦੇ ਮੁਖੀ ਸਨ। ਜੋ ਕਹਿੰਦੇ ਸੀਗੇ ਉਹ ਕਰਦੇ ਸੀਗੇ। ਜੋ ਹੁੰਦਾ ਸੀ ਉਹ ਕੀਤਾ ਜਾਂਦਾ ਸੀ। ਸੰਤਾਂ ਨੂੰ ਕਿਹਾ ਜਾਂਦਾ ਸੀਗਾ। ਇੱਕ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸੀਗੇ। ਨਿਤਨੇਮੀ ਸੀਗੇ। ਬੜੀ ਬਾਣੀ ਪੜ੍ਹਦੇ ਸੀ। 100 ਪਾਠ ਆਪਣਾ ਚੌਪਈ ਸਾਹਿਬ ਦਾ ਪਾਠ ਕਰਦੇ ਸੀ। ਹੋਰ ਨਿਤਨੇਮ ਦੀਆਂ ਬਾਣੀਆਂ ਵੱਖਰੀਆਂ ਕਰਦੇ ਸੀਗੇ। ਮੈਂ ਕਹਿ ਰਿਹਾ ਕਿ ਜਿਵੇਂ 37 ਸਾਲ ਬਾਅਦ ਤੁਸੀਂ ਦੇਖਦੇ ਹੋ ਇਸ ਮਸਲੇ ਨੂੰ, ਕੀ ਲੱਗਦਾ ਤੁਹਾਨੂੰ? ਇੱਕ ਉਦੋਂ ਦੇਖ ਰਹੇ ਸੀ, ਇੱਕ ਹੁਣ ਦੇਖ ਰਹੇ ਹੋ, ਕੀ ਲੱਗਦਾ? ਕੋਈ ਗੱਲ ਸਿਰੇ ਲੱਗੀ ਨਹੀਂ, ਕੁਛ ਨਹੀਂ? ਮਤਲਬ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ ਤੁਸੀਂ ਕਹਿੰਦੇ ਸਾਰਾ ਯੂਥ, ਤੁਹਾਡੇ ਬੱਚੇ ਵੀ ਬਾਹਰ ਚਲੇ ਗਏ। ਯਾਦਵਿੰਦਰ ਜੀ, ਜਿਹੜੀਆਂ ਗੱਲਾਂ ਇਹਨਾਂ ਅਕਾਲੀਆਂ ਨੇ ਗਦਾਰੀਆਂ ਕੀਤੀਆਂ ਨੇ ਨਾ ਸੰਨ 1947 ਦੇ ਵਿੱਚ, ਜਾਂ ਇਹ ਦਰਬਾਰ ਸਾਹਿਬ 'ਤੇ ਅਟੈਕ ਕਿਉਂ ਹੋਇਆ, ਮੇਰੇ ਕੋਲ ਚਿੱਠੀਆਂ ਪਈਆਂ ਨੇ ਗੁਰਚਰਨ ਸਿੰਘ ਸਕੱਤਰ ਦੀਆਂ, ਲੌਂਗੋਵਾਲ ਦੀਆਂ, ਜਿਹੜੀਆਂ ਬੀਬੀ ਇੰਦਰਾ ਗਾਂਧੀ ਦਾ ਜਿਹੜਾ PA ਹੁੰਦਾ ਸੀ RK ਧਵਨ, ਉਹਨੂੰ ਚਿੱਠੀਆਂ ਜਾਂਦੀਆਂ ਰਹੀਆਂ ਵੀ ਇਸ ਜਰਨੈਲ ਸਿੰਘ ਭਿੰਡਰਾਂ ਨੂੰ ਅਰੈਸਟ ਕਰੋ, ਜਾਂ ਇਹਨੂੰ ਖ਼ਤਮ ਕਰੋ, ਜਾਂ ਇਹ 'ਤੇ ਅਟੈਕ ਕਰੋ। ਔਰ ਇਹ ਇੰਦਰਾ ਗਾਂਧੀ ਵੀ ਅਟੈਕ ਨਹੀਂ ਸੀ ਕਰਨਾ ਚਾਹੁੰਦੀ, ਪਰ ਜਦੋਂ ਘਰ 'ਚੋਂ ਹੀ ਗੱਲਾਂ ਉੱਠਣ ਵੀ ਇਹ 'ਤੇ ਅਟੈਕ ਕਰੋ, ਜਾਂ ਬਾਹਰਲੀਆਂ ਸ਼ਕਤੀਆਂ 'ਚੋਂ ਜਿਵੇਂ ਰਸ਼ੀਆ ਸੀਗੀ, ਇੰਗਲੈਂਡ ਵਾਲੇ ਸੀਗੇ, ਹੁਣ ਗੱਲਾਂ ਪਤਾ ਲੱਗਦੀਆਂ ਵੀ ਉਹਨਾਂ ਦੇ ਵੀ ਬੜੇ ਵੱਡੇ ਹੱਥ ਰਹੇ ਨੇ ਵੀ ਇੱਥੇ ਅਟੈਕ ਕਰਨ 'ਤੇ। ਔਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ। ਗੱਲ ਤਾਂ ਰਾਜਨੀਤੀ ਦੀ ਸੀਗੀ ਵੀ ਰਾਜਨੀਤੀ ਖੇਡੀ ਗਈ ਆ ਸੰਤ ਜਰਨੈਲ ਸਿੰਘ ਦੇ ਨਾਲ, ਇੱਕ ਸੱਚੇ ਸੁੱਚੇ ਮਹਾਂਪੁਰਸ਼ ਦੇ ਨਾਲ। ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ ਸਾਡੇ ਨਾਲ। ਕੁਛ ਹੋਰ ਜੀ? ਧੰਨਵਾਦ ਜੀ। ਮੈਂ ਫਿਰ ਇੱਕ ਵਾਰੀ ਪ੍ਰੋ TV ਦਾ, ਪ੍ਰੋ ਪੰਜਾਬ TV ਦਾ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ। ਯਾਦਵਿੰਦਰ ਜੀ ਦਾ ਧੰਨਵਾਦ ਕਰਦਾ ਵਾਂ, ਜਿਨ੍ਹਾਂ ਨੇ ਜਿਹੜੇ ਜਾ ਕੇ ਸਾਡੇ ਵਰਗੇ ਜਿਨ੍ਹਾਂ ਨੇ ਆਪਣੀ ਆਈਸੈਟ ਅੱਖੀਂ ਡਿੱਠੇ ਜਿਹੜੇ ਆਪਰੇਸ਼ਨ ਬਲੂ ਸਟਾਰ ਵੇਖੇ ਆ, ਜਾਂ ਜੇਲ੍ਹਾਂ ਕੱਟੀਆਂ ਨੇ, ਉਹਨਾਂ ਦੀ ਜਾ ਕੇ ਉਹਨਾਂ ਦੀ ਇੰਟਰਵਿਊ ਲੈ ਰਹੇ ਨੇ। ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।